ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ, ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ। ਇਹ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35-40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ। ਨਾਲੇ ਤੇ ਸਹਿਜ ਪਾਠ ਕਰਦਿਆਂ ਕਰਦਿਆਂ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ। ਨਾਲ ਇੱਕ ਆਨੰਦ ਬਣੇਗਾ, ਇੱਕ ਫਖਰ ਜਾਗੇਗਾ। ਇੱਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ। ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਕੁਝ ਸੰਸਥਾਵਾਂ ਨੇ ਇਸ ਨੂੰ ਖੁਦ ਆਪ ਸਹਿਜ ਪਾਠ ਕਰੋ ਦੀ ਲਹਿਰ ਵਜੋਂ ਪ੍ਰੇਰਨਾ ਦਿੱਤੀ ਹੈ ਤੇ ਕੁਝ ਕੁ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਪ੍ਰੇਰਿਤ ਕਰਦੇ ਰਹਿਣਾ ਹੈ। ਜਿਨ੍ਹਾਂ ਨੇ ਹਾਲੇ ਤੱਕ ਸਹਿਜ ਪਾਠ ਨਹੀਂ ਸ਼ੁਰੂ ਕੀਤਾ, ਤੁਸੀਂ YouTube ਤੇ ਜਾਣਾ, ਉੱਥੇ ਗੁਰਗਿਆਨ ਟੀਵੀ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਇਸ ਲੋਗੋ ਤੇ ਗੁਰਗਿਆਨ ਟੀਵੀ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਉੱਥੇ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉੱਥੋਂ ਤੁਸੀਂ ਪਿਛਲੇ ਸਾਰੇ ਐਪੀਸੋਡਸ ਸੁਣ ਸਕਦੇ ਹੋ। ਰੋਜ਼ਾਨਾ ਐਪੀਸੋਡ ਅਪਲੋਡ ਹੁੰਦਾ ਹੈ। ਖੁਦ ਆਪ ਸਹਿਜ ਪਾਠ ਕਰੋ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੋ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਤੁਸੀਂ ਉਡੀਕਦੇ ਹੋ ਰੋਜ਼ਾਨਾ ਇਸ ਐਪੀਸੋਡ ਨੂੰ। ਤੁੱਛ ਜੀ ਬੁੱਧ ਅਨੁਸਾਰ ਸਤਿਗੁਰੂ ਜੀ ਦੀ ਬਾਣੀ ਦੇ ਗੁਰ ਉਪਦੇਸ਼ ਦਾ ਗਿਆਨ ਰੂਪੀ ਨਾਮ ਦਾ ਖਜ਼ਾਨਾ ਵੰਡਣ ਵਾਸਤੇ ਇਸ ਵੀਡੀਓ ਰਾਹੀਂ ਰੋਜ਼ਾਨਾ ਤੁਹਾਡੇ ਘਰ ਪਹੁੰਚਦਾ ਹਾਂ। ਅੱਜ ਆਪਾਂ 162 ਨੰਬਰ ਅੰਗ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ, ਗੌੜੀ ਰਾਗ ਦੀ। ਦੀਦਾਰ ਕਰਨੇ ਨੇ, ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਇਹ ਗੌੜੀ ਦੀਆਂ ਵੱਖ-ਵੱਖ ਕਿਸਮਾਂ ਨੇ। ਗੁਆਰੇਰੀ, ਇਹ ਗੁਆਰੇਰੀ, ਗੌੜੀ ਗੁਆਰੇਰੀ, ਇਹਦੇ ਜੋ ਸ਼ਬਦ ਸੀ ਇੱਥੇ ਲਾਸਟ ਸ਼ਬਦ ਆਏਗਾ। ਇਸ ਤੋਂ ਬਾਅਦ ਗੌੜੀ ਬੈਰਾਗਣ ਸ਼ੁਰੂ ਹੋਣਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸਤਿਗੁਰ ਮਿਲੈ ਵਡ ਭਾਗ ਸੰਜੋਗ, ਸਤਿਗੁਰ ਸਰੂਪ ਗੁਰੂ ਦੀ ਆਵਾਜ਼, ਸੱਚਾ ਗਿਆਨ, ਉਹਦੇ ਨਾਲ ਪਿਆਰ ਪੈ ਜਾਣਾ, ਭਾਵਨਾ ਬਣਨੀ, ਮੈਂ ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੈ। ਉਹ ਦੋ ਚੀਜ਼ਾਂ ਚੋਂ ਪ੍ਰਾਪਤ ਹੁੰਦੀ ਹੈ। ਇੱਕ ਤੇ ਅੰਦਰ ਵੱਡੇ ਭਾਗ, ਜਾਣੀ ਨੀਵੀਂ ਸੋਚ ਵਾਲਾ ਇਸ ਨਾਲ ਪਿਆਰ ਨਹੀਂ ਕਰ ਸਕੇਗਾ। ਉੱਚੀ ਸੋਚ ਦਾ ਪਿਆਰ ਗੂੜਾ ਹੁੰਦਾ ਹੈ। ਸੁਭਾਅ ਦਾ ਲੈਵਲ ਨੀਵਾਂ ਹੁੰਦਾ ਹੈ, ਉਹ ਕੁਸੰਗੀ ਹੁੰਦਾ ਹੈ। ਸੁਭਾਅ ਦਾ ਲੈਵਲ ਉੱਚਾ ਹੁੰਦਾ ਹੈ, ਉਹ ਸਤਸੰਗੀ ਬਣ ਜਾਂਦਾ। ਅੰਦਰ ਗੁਣ ਹੁੰਦੇ ਨੇ, ਚੰਗੇ ਵਿਚਾਰ, ਚੰਗੀ ਸੋਚ, ਸ਼ੁੱਧ ਨੀਅਤ, ਚੰਗੀ ਭਾਵਨਾ, ਚੰਗੇ ਪਾਸੇ ਲਗਨ। ਇਹ ਜੋ ਅੰਦਰਲਾ ਵੱਡਾ ਭਾਗ ਹੈ, ਇਹ ਬੜਾ ਸਹਾਈ ਹੁੰਦਾ ਸਤਿਗੁਰੂ ਜੀ ਦੇ ਨਾਲ ਪ੍ਰੀਤ ਵਾਸਤੇ। ਦੂਸਰਾ ਸੰਜੋਗ। ਸੰਜੋਗ ਕੀ ਹੁੰਦਾ ਹੈ? ਚਾਂਸਸ ਮਿਲ ਜਾਣਾ, ਮੌਕਾ ਮਿਲ ਜਾਣਾ, ਪਲੇਟਫਾਰਮ ਮਿਲ ਜਾਣਾ। ਬਹੁਤ ਪਿਆਰੇ ਸੋਚਦੇ ਸਨ ਕਿ ਅਰਥਾਂ ਸਮੇਤ ਪਾਠ ਕਰੀਏ, ਪਰ ਹਿੰਮਤ ਨਹੀਂ ਸੀ ਪੈਂਦੀ। ਬਹੁਤ ਪਿਆਰੇ ਕਹਿੰਦੇ ਸੀ ਭਾਈ ਸਾਹਿਬ ਜੀ, ਠੀਕ ਤੋਂ ਪੜ੍ਹਦੇ ਹਾਂ ਪਰ ਫਿਰ ਵੀ ਪੂਰੀ ਸਮਝ ਨਹੀਂ ਲੱਗਦੀ। ਤਾਂ ਇਹ ਮੌਕਾ ਮਿਲ ਗਿਆ। ਜਦੋਂ ਸਾਨੂੰ ਕੋਈ
ਪ੍ਰੇਰਿਤ ਕਰਦਾ ਹੈ, ਮੋਟੀਵੇਟ ਕਰਦਾ ਹੈ। ਅਗਰ ਤੇ ਉਸ ਪ੍ਰੇਰਨਾ ਨੇ ਸਾਨੂੰ ਹਲੂਣਾ ਦੇ ਦਿੱਤਾ, ਅਸੀਂ ਪ੍ਰੇਰਿਤ ਹੋ ਕੇ ਤੁਰ ਗਏ ਤਾਂ ਸੰਯੋਗ ਬਣ ਗਿਆ, ਜੇ ਨਾ ਤੁਰੇ ਤਾਂ ਉਹ ਸੰਯੋਗ ਨਹੀਂ ਬਣਿਆ। ਇਸ ਤਰ੍ਹਾਂ ਸੰਯੋਗ ਤੇ ਵੱਡੇ ਭਾਗ, ਇਹ ਦੋ ਚੀਜ਼ਾਂ ਸਤਿਗੁਰੂ ਜੀ ਦੇ ਨਾਲ ਪ੍ਰੀਤ ਸ਼ੁਰੂ ਕਰਾ ਦਿੰਦੀਆਂ। ਹਿਰਦੈ ਨਾਮ ਨਿਤ ਹਰ ਰਸ ਭੋਗ, ਫਿਰ ਹਰ ਵੇਲੇ ਹਿਰਦੇ ਵਿੱਚ ਗਿਆਨ ਰੂਪੀ ਨਾਮ ਦਾ, ਧਿਆਨ ਰੂਪੀ ਨਾਮ ਦਾ ਇੱਕ ਰਸ, ਇਹ ਰੂਹਾਨੀ ਖੁਰਾਕ ਬਣ ਜਾਂਦੀ ਹੈ। ਅੰਦਰ ਇੱਕ ਖਿੱਚ ਪੈਦਾ ਹੁੰਦੀ ਹੈ, ਜਿਸ ਦਿਨ ਨਾ ਪ੍ਰਾਪਤ ਹੋਵੇ ਜਿੱਦਾਂ ਲੱਗਦਾ ਕੁਝ ਗਵਾਚ ਗਿਆ। ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਗੁਰਮੁਖ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਜੀਵ, ਉਪਦੇਸ਼ ਨੂੰ ਮੰਨਣ ਵਾਲਾ ਜੀਵ, ਐਸਾ ਪ੍ਰਾਣੀ ਨਾਮ ਆਧਾਰ, ਉਹਨੂੰ ਗਿਆਨ ਰੂਪੀ ਨਾਮ ਦਾ ਹੀ ਓਟ ਆਸਰਾ ਹੁੰਦਾ ਹੈ। ਉਹਨੂੰ ਪਤਾ ਹੈ ਮੇਰਾ ਸੁਭਾਅ ਗੁਰੂ ਦੇ ਉਪਦੇਸ਼ ਨੇ ਹੀ ਸੰਵਾਰ ਕੇ ਰੱਖਣਾ ਹੈ। ਤੇ ਫਿਰ ਉਹ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਨੇ, ਤੇ ਉਹਨਾਂ ਦਾ ਜੀਵਨ ਹਰੀ ਨੂੰ ਧਿਆਉਣਾ ਬਣ ਜਾਂਦਾ ਹੈ। ਰੱਬ ਦੇ ਭੈ ਵਿੱਚ ਫੈਸਲੇ ਲੈਣੇ, ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਨਮ ਜੀਤ ਲਾਹਾ ਨਾਮ ਪਾਏ ਰਹਾਓ, ਇਹ ਸੈਂਟਰਲ ਆਈਡੀਆ ਹੈ, ਰਹਾਓ ਪਦਾ ਹੈ। ਫਿਰ ਉਹ ਜਨਮ ਨੂੰ ਜਿੱਤ ਲੈਂਦੇ ਨੇ, ਜੀਵਨ ਨੂੰ ਸਫਲ ਕਰ ਲੈਂਦੇ। ਇਹ ਲਾਹਾ ਹੈ, ਇਹ ਪ੍ਰੋਫਿਟ ਹੈ। ਗਿਆਨ ਰੂਪੀ ਨਾਮ ਬਹੁਤ ਚੰਗਾ ਲੱਗਦਾ ਹੈ। ਗੁਰੂ ਦੇ ਉਪਦੇਸ਼ ਨੇ ਰਹਿਨੁਮਾਈ ਕਰਨੀ ਹੈ, ਹੁਣ ਕੀ ਕਰਨਾ ਹੈ, ਕਿਵੇਂ ਫੈਸਲਾ ਲੈਣਾ ਹੈ, ਹਰ ਹਾਲਾਤ ਦੇ ਵਿੱਚ ਇਹਦਾ ਰਸ ਆ ਜਾਣਾ। ਧਿਆਨ ਰੂਪੀ ਨਾਮ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਰਸ, ਭੈ ਭਾਵਨੀ ਸ਼ੁਕਰਾਨੇ ਦਾ ਰਸ, ਇਹ ਲਾਹਾ ਹੈ ਜ਼ਿੰਦਗੀ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ। ਹੁਣ ਇਸ ਚੀਜ਼ ਨੂੰ ਸਮਝੋ, ਕਮਾਲ ਦੀ ਬਾਤ ਹੈ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਮਿੱਠਾ ਲੱਗਣ ਲੱਗ ਪਿਆ, ਮਨ ਨੂੰ ਬੜਾ ਚੰਗਾ ਲੱਗਦਾ ਹੈ, ਮੰਨਣ ਦੇ ਲਈ ਆਪਾ ਵਾਰਨ ਦੀ ਭਾਵਨਾ ਹੈ, ਇਹੋ ਹੀ ਅਸਲੀ ਗਿਆਨ ਹੈ ਤੇ ਇਹੋ ਹੀ ਅਸਲੀ ਸਮਾਧੀ ਹੈ। ਗਿਆਨ ਹੁੰਦਾ ਸਮਾਧੀ। ਵਰਤਾਰੇ ਜ਼ਿੰਦਗੀ 'ਚ ਵਰਤਦੇ ਰਹਿਣਗੇ। ਕੁਝ ਵਰਤਾਰੇ ਮਨ ਨੂੰ ਖੁਸ਼ੀ ਦਿੰਦੇ ਨੇ, ਕੁਝ ਵਰਤਾਰੇ ਮਨ ਨੂੰ ਵਿਚਲਿਤ ਕਰਦੇ ਨੇ। ਕਿਉਂ ਹੋਇਆ? ਅੰਦਰੋਂ ਮਨ ਮਿੱਠਾ ਮਿੱਠਾ ਖਿੱਚਦਾ ਹੈ, ਪੜਤਨ ਮਨ ਦਾ ਕਿਉਂ ਹੋਇਆ? ਤੇ ਗੁਰੂ ਦੇ ਸ਼ਬਦ ਨੇ ਉਸ ਵੇਲੇ ਤੇਰਾ ਧਿਆਨ ਦਵਾਉਣਾ, ਕੁਛ ਨਹੀਂ ਹੈ, ਸਭ ਵਾਹਿਗੁਰੂ ਦੇ ਵਰਤਾਰੇ ਨੇ ਪਿਆਰਿਆ। ਤੂੰ ਖੁਦ ਕੀ ਕਰ ਸਕਦਾ ਹੈ, ਉਸ ਨੂੰ ਕਰ। ਜੇ ਉਸ ਲਈ ਜਿਹੜੇ ਵਰਤਾਰੇ ਤੋਂ ਤੂੰ ਵਿਚਲਿਤ ਹੋ ਰਿਹਾ ਨਾ, ਇਹ ਕਿਉਂ ਹੋਇਆ ਹੈ, ਉਹਦੇ ਲਈ ਕੁਝ ਕਰ ਸਕਦਾ ਤਾਂ ਉਹ ਕਰ, ਆਨੰਦ ਵਿੱਚ ਤੁਰ। ਜੇ ਨਹੀਂ ਕਰ ਸਕਦਾ, ਐਵੇਂ ਭਾਰ ਕਿਉਂ ਚੁੱਕਦਾ ਹੈ? ਫਿਰ ਉਹਦੀ ਸਮਾਧੀ ਗੁਰੂ ਦੇ ਉਪਦੇਸ਼ ਵੱਲ ਹੁੰਦੀ ਹੈ, ਧਿਆਨ ਗੁਰੂ ਦੇ ਉਪਦੇਸ਼ ਵੱਲ ਹੁੰਦਾ ਹੈ। ਗੁਰ ਕਿਰਪਾ ਤੇ ਕਿਨੈ ਵਿਰਲਾ ਚਖ ਡੀਠਾ। ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਵਾਦ ਰਸ ਹੈ ਨਾ, ਬੜਾ ਮਿੱਠਾ ਹੈ, ਆਨੰਦ ਰਸ ਬੜਾ ਮਿੱਠਾ ਹੈ। ਕਿਸੇ ਵਿਰਲਿਆਂ ਨੇ ਚੱਖ ਕੇ ਦੇਖਿਆ, ਚਖ ਡੀ, ਕਿਸੇ ਵਿਰਲਿਆਂ ਨੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਆਨੰਦ ਮਾਣ ਕੇ ਦੇਖਿਆ। ਇਹ ਐਸਾ ਨਹੀਂ ਹੈ ਕਿ ਉਹ ਇਹਨਾਂ ਵਰਤਾਰਿਆਂ ਨੂੰ ਦੇਖ ਕੇ ਨਾ ਤਾਂ ਉਹ ਵਿਚਲਿਤ ਹੁੰਦੇ ਨੇ, ਨਾ ਉਹ ਬੈਠਦੇ ਨੇ, ਕੁਝ ਕਰਦੇ ਨੇ। ਪਰ ਜਦੋਂ ਤੁਸੀਂ ਕੁਝ ਪਰਉਪਕਾਰ ਕਰਨਾ ਹੈ ਨਾ, ਸਮਾਜ ਦੇ ਭਲੇ ਲਈ, ਕੌਮ ਦੇ ਭਲੇ ਲਈ, ਪਹਿਲਾਂ ਆਪਣੇ ਪਰ ਤੋਲਣੇ ਨੇ, ਕਰ ਕੀ ਸਕਦੇ ਆ। ਵੱਡੀ ਚੀਜ਼ ਨੂੰ ਹੱਥ ਪਾ ਲਿਆ, ਛੋਟੇ ਜਿਹੇ ਵਿਘਨ ਤੇ ਡੋਲ ਜਾਓਗੇ, ਮੁੜ ਕੇ ਛੱਡ ਜਾਓਗੇ। ਇੱਦਾਂ ਨਹੀਂ, ਪਹਿਲਾਂ ਪਰ ਤੋਲਣੇ ਨੇ, ਕੀ ਕਰ ਸਕਦਾ। ਜੋ ਕਰ ਸਕਦੇ ਆ ਉਹਦਾ ਪਲਾਨ ਬਣਾਓ, ਪਲਾਨ ਤੋਂ ਬਿਨਾਂ ਨਹੀਂ ਹੋਏਗਾ। ਉਹਦੇ ਲਈ ਸਾਧਨ ਕੀ ਨੇ, ਧਿਆਨ 'ਚ ਰੱਖਿਓ। ਸਾਧਨ ਨਾ ਹੋਏ ਫਿਰ ਵੀ ਨਹੀਂ ਹੋ ਸਕਣਾ। ਆਪਾਂ ਵਾਰਨਾ ਹੈ, ਉਤਰਾ ਚੜ੍ਹਾਅ ਹੋਣਗੇ, ਸਿਦਕ ਚਾਹੀਦਾ ਹੈ, ਲਗਨ ਚਾਹੀਦੀ ਹੈ। ਇਹ ਗੁਰੂ ਬਖਸ਼ਿਸ਼ ਦੀਆਂ ਨਿਸ਼ਾਨੀਆਂ ਨੇ। ਜਿਨ੍ਹਾਂ ਨੇ ਪ੍ਰੈਕਟੀਕਲ ਜੀਵਨ ਵਿੱਚ ਇਸ ਦਾ ਆਨੰਦ ਮਾਣ ਕੇ ਦੇਖਿਆ ਨਾ, ਉਹਨਾਂ ਦਾ ਜੀਵਨ ਹੀ ਧਰਮ ਬਣ ਜਾਂਦਾ, ਉਹਨਾਂ ਦੀ ਜ਼ਿੰਦਗੀ ਜਿਉਣਾ ਹੀ ਬੰਦਗੀ ਬਣ ਜਾਂਦਾ ਹੈ। ਕਰਮ ਕਾਂਡ ਬਹੁ ਕਰਹਿ ਅਚਾਰ। ਆਮ ਲੋਕ ਧਰਮ ਦੇ ਕਰਮ ਕਰਦੇ ਨੇ, ਉਹਨਾਂ ਨੂੰ ਲੱਗਦਾ ਹੈ ਬੱਚੇ ਦਾ ਜਨਮ ਹੋਇਆ ਸੀ,
ਅਸੀਂ ਧਰਮ ਦਾ ਕਰਮ ਕੀਤਾ ਸੀ, ਪਾਠ ਕਰਵਾ ਲਿਆ ਸੀ, ਸੇਵਾ ਕਰ ਲਈ ਸੀ ਕੋਈ, ਵਿਆਹ ਹੋਇਆ, ਆਨੰਦ ਕਾਰਜ ਕਰਵਾ ਲਏ ਸੀ, ਆਹ ਧਰਮ ਦਾ ਕਰਮ ਕੀਤਾ, ਉਹ ਧਰਮ ਦਾ ਕਰਮ ਕੀਤਾ। ਪਰ ਜੀਵਨ ਆਚਾਰ ਕਿਸ ਤਰ੍ਹਾਂ ਦਾ ਹੋਇਆ? ਜਿਸ ਤਰ੍ਹਾਂ ਆਮ ਲੋਕ ਜਿਉਂਦੇ ਨੇ। ਖਿੱਚ ਕਿੱਧਰ ਹੈ? ਦੁਨੀਆ ਵਾਲੇ ਪਾਸੇ। ਵਿਣ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਗੁਰੂ ਦੇ ਉਪਦੇਸ਼ ਸੁਭਾਅ ਵਿੱਚ ਨਹੀਂ ਆਏ, ਗੁਰੂ ਦੇ ਉਪਦੇਸ਼ ਸੋਚ ਵਿੱਚ ਨਹੀਂ ਆਏ, ਗੁਰੂ ਦੇ ਉਪਦੇਸ਼ ਵਰਤੋਂ ਵਿਵਹਾਰ ਵਿੱਚ ਨਹੀਂ ਆਏ। ਵਰਤੋਂ ਵਿਵਹਾਰ ਆਪਣਿਆਂ ਦੇ ਗਿੱਟੇ ਖਿੱਚਣੇ, ਵਰਤੋਂ ਵਿਵਹਾਰ ਨਫ਼ਰਤ, ਵਰਤੋਂ ਵਿਵਹਾਰ ਵਿੱਚ ਨਿੰਦਾ, ਉਲਟਾ ਧਰਮ ਦੇ ਕਰਮਾਂ ਦਾ ਹੰਕਾਰ, ਮੈਂ ਧਰਮੀ ਹਾਂ, ਕਰਮਕਾਂਡ ਵਿੱਚ ਫਸੇ ਹੋਏ। ਇਹ ਉਹਨਾਂ ਦੀ ਸੋਚ ਦੇ ਬੰਧਨ ਨੇ। ਬੰਧਨ ਬਾਂਧਿਓ ਮਾਇਆ ਰਾਸ, ਬੰਧਨ ਬਾਂਧਿਓ ਮਾਇਆ ਫਾਸ। ਇਹ ਰੋਂਗ ਅਟੈਂਸ਼ਨ ਦੀ, ਮਾਇਆ ਦੀ ਫਾਂਸੀ ਹੈ, ਆਦਤ। ਇਸ ਆਦਤ ਦੇ ਬੰਧਨ ਵਿੱਚ ਬੰਦੇ ਰਹਿੰਦੇ ਨੇ। ਜਨ ਨਾਨਕ ਛੁਟੈ ਗੁਰ ਪ੍ਰਗਾਸ। ਇਹ ਨਾਨਕ ਜੀ, ਜੇ ਜਨ ਬਣ ਜਾਵੇ, ਸੇਵਕ ਬਣ ਜਾਵੇ, ਗੁਰੂ ਦੇ ਗੁਰ ਉਪਦੇਸ਼ ਦੇ ਰਾਹੀਂ ਉਹਦੇ ਅੰਦਰ ਸੋਝੀ ਆ ਜਾਵੇ, ਤੁਰਨ ਦਾ ਜਜ਼ਬਾ ਲਗਨ ਆ ਜਾਵੇ, ਅੰਦਰ ਆਨੰਦ ਖੇੜਾ ਬਣ ਜਾਵੇ, ਪ੍ਰਗਾਸ, ਫਿਰ ਉਹਨਾਂ ਆਦਤਾਂ ਤੋਂ ਟੁੱਟ ਸਕਦਾ ਹੈ। ਨਹੀਂ ਤੇ ਕਰਮਕਾਂਡੀ ਧਰਮ ਦੇ ਕਰਮ ਕਰੇਗਾ, ਉਹਨੂੰ ਕੁਸੰਗੀਆਂ ਵਿੱਚ ਉੱਠਣਾ ਬੈਠਣਾ ਬੜਾ ਚੰਗਾ ਲੱਗਦਾ। ਗੁਰੂ ਦੀ ਗੁਰਸਿੱਖੀ ਤੋਂ, ਗੁਰਮਤ ਤੋਂ, ਗੁਰਬਾਣੀ ਤੋਂ ਜਿਹੜੇ ਟੁੱਟੇ ਨੇ, ਜੀਵਨ ਦਾਇਰਾ ਉਹਨਾਂ 'ਚ ਹੀ ਰਹੇਗਾ, ਉਸ ਤਰ੍ਹਾਂ ਦਾ ਹੀ ਆਪ ਬਣ ਜਾਏਗਾ। ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਬੰਧਨ ਬਾਂਧਿਓ ਮਾਇਆ ਫਾਸ। ਜਨ ਨਾਨਕ ਛੁਟੈ ਗੁਰ ਪ੍ਰਗਾਸ। ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੇ ਉਪਦੇਸ਼ ਮੰਨ ਕੇ ਹੀ ਇਹਨਾਂ ਆਦਤਾਂ ਤੋਂ ਖਹਿੜਾ ਛੁੱਟੇਗਾ। ਮਹੱਲਾ ਤੀਜਾ, ਗੌੜੀ ਬੈਰਾਗਣ। ਇਸ ਤੋਂ ਬਾਅਦ ਜਿਹੜੀ ਗੌੜੀ ਦੀ ਕਿਸਮ ਹੈ, ਇਹ ਬੈਰਾਗਣ, ਪਿੱਛੇ ਗੁਆਰੇ ਦੀ। ਇਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਹੁਣ 35ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ। ਇੱਥੇ ਇੱਕ ਉਦਾਹਰਨ ਦੇ ਕੇ ਸਮਝਾ, ਨੀਚੇ ਧਰਤੀ ਹੈ, ਉੱਪਰ ਬੱਦਲ ਵਰਦੇ ਨੇ। ਕਿਆ ਧਰਤੀ ਮਧੇ ਪਾਣੀ ਨਾਹੀ। ਧਰਤੀ ਉਸ ਪਾਣੀ ਨੂੰ ਉਡੀਕਦੀ ਹੈ, ਪਾਣੀ ਆਏਗਾ, ਬੱਦਲ ਆਉਣਗੇ, ਬਨਸਪਤੀ ਹਰੀ ਭਰੀ ਹੋਏਗੀ। ਧਰਤੀ ਦੇ ਅੰਦਰ ਵੀ ਪਾਣੀ ਹੈ। ਹੁਣ ਉਹ ਜਿਹੜਾ ਅੰਦਰਲਾ ਪਾਣੀ ਹੈ, ਇੱਦਾਂ ਲੱਗਦਾ ਇਹ ਪਾਣੀ ਹੋਰ ਹੈ, ਉੱਪਰਲੇ ਬੱਦਲ ਹੋਰ ਨੇ, ਪਰ ਇਹ ਇਸੇ ਪਾਣੀ ਦੀ ਹੀ ਉਹ ਕਿਸਮ ਹੈ। ਪਾਣੀ ਐਕਚੁਅਲੀ ਹੇਠਾਂ ਤੋਂ ਹੀ ਬਾਸ਼ਪੀਕਰਨ ਬਣ ਕੇ ਉੱਪਰ ਜਾਂਦਾ ਹੈ, ਬੱਦਲ ਬਣ ਜਾਂਦਾ ਹੈ, ਭਰ ਕੇ ਥੱਲੇ ਆਉਂਦਾ ਹੈ, ਅਲੱਗ ਅਲੱਗ ਨਹੀਂ ਹੈ। ਇਸੇ ਤਰ੍ਹਾਂ ਜੈਸੇ ਧਰਤੀ ਮਧੇ ਪਾਣੀ ਪਰਗਾਸਿਆ, ਬਿਨ ਪਗਾਂ ਬਰਸਤ ਫਿਰਾਹੀ। ਧਰਤੀ ਦੇ ਅੰਦਰ ਵੀ ਪਾਣੀ ਫੈਲਿਆ ਹੋਇਆ ਹੈ, ਤੇ ਉੱਪਰ ਵੀ ਬੱਦਲ ਬਿਨਾਂ ਪੈਰਾਂ ਤੋਂ, ਬਿਨ ਪਗਾਂ, ਬਿਨਾਂ ਪੈਰਾਂ ਤੋਂ ਭੱਜੇ ਫਿਰਦੇ ਨੇ ਬੱਦਲ, ਤੇ ਵਰਸਦੇ ਨੇ। ਅਲੱਗ ਅਲੱਗ ਨਹੀਂ ਹੈ, ਪਾਣੀ ਦੀ ਅੰਸ਼ ਨੇ ਦੋ। ਚਾਹੇ ਪਾਣੀ ਸਮੁੰਦਰ ਦਾ ਹੈ, ਚਾਹੇ ਕਿਸੇ ਨਦੀ ਨਾਲੇ ਵਿੱਚ ਹੈ, ਚਾਹੇ ਪਾਣੀ ਸਾਡੇ ਘਰਾਂ ਵਿੱਚ ਹੈ, ਚਾਹੇ ਪਹਾੜਾਂ 'ਤੇ ਬਰਫ਼ ਬਣ ਕੇ ਬੈਠਾ ਹੈ, ਚਾਹੇ ਝਰਨੇ ਬਣ ਰਿਹਾ ਹੈ, ਪਾਣੀ ਪਾਣੀ ਹੈ। ਆਖੋ, ਵੱਖ ਵੱਖ ਨਹੀਂ ਹੈ, ਦੋ ਪਾਣੀ ਨਹੀਂ ਹੈ, ਚਾਰ ਪਾਣੀ ਨਹੀਂ ਹੈ। ਇਸੇ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਸ਼, ਉਹਦਾ ਨਿਜ਼ਮ, ਉਹਦਾ ਸੱਚਾ ਗਿਆਨ ਹਰ ਥਾਂ 'ਤੇ ਹੈ। ਬਾਬਾ ਤੂੰ ਐਸੇ ਭਰਮ ਚੁਕਾਹੀ। ਐ ਮਨਾ, ਇਹ ਭਰਮ ਦੂਰ ਕਰ ਦੇ। ਵਾਹਿਗੁਰੂ ਜੀ ਦਾ ਵਰਤਾਰਾ ਤੈਨੂੰ ਵੱਖ ਵੱਖ ਵਰਤਾਰਿਆਂ ਵਿੱਚੋਂ ਲੱਗਦਾ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ। ਕੁਛ ਵਰਤਾਰਿਆਂ ਨੂੰ ਕਹਿੰਦਾ ਬਹੁਤ ਚੰਗੇ ਹੋਏ, ਕੁਛ ਵਰਤਾਰਿਆਂ ਨੂੰ ਕਹਿੰਦਾ ਬਹੁਤ ਬੁਰੇ ਹੋਏ। ਸਭ ਵਰਤਾਰੇ ਰੱਬ ਦੇ ਨਿਜ਼ਮ ਵਿੱਚ ਚੱਲ ਰਹੇ ਨੇ। ਸਾਰੇ ਵਰਤਾਰਿਆਂ ਵਿੱਚ ਸੋਚ ਵਰਤ ਰਹੇ ਨੇ, ਗੁਣਾਂ ਤੇ ਔਗੁਣਾਂ ਦੇ ਖੇਡ ਚੱਲ ਰਹੀ ਹੈ। ਇਸ ਨੂੰ ਸਮਝ। ਕੁਛ ਵਰਤਾਰੇ ਔਗੁਣਾਂ ਚੋਂ ਨਿਕਲਦੇ ਨੇ, ਕੁਛ
ਗੁਣਾਂ ਚੋਂ ਨਿਕਲਦੇ ਨੇ। ਇਸ ਦੁਨੀਆ ਤੇ ਵਰਤ ਰਹੇ ਹਰ ਵਰਤਾਰੇ ਵੀ ਨੂੰ ਧਿਆਨ ਨਾਲ ਦੇਖ। ਕੁਝ ਵਰਤਾਰੇ ਸੂਝ ਸਮਝ ਵਿੱਚੋਂ ਨਿਕਲਦੇ ਨੇ ਤੇ ਕੁਝ ਵਰਤਾਰੇ ਨਾ ਸਮਝੀ ਵਿੱਚੋਂ ਨਿਕਲਦੇ ਨੇ, ਗਿਆਨਤਾ ਵਿੱਚ। ਕੁਝ ਵਰਤਾਰੇ ਛੋਟੀ ਸੋਚ ਵਿੱਚੋਂ ਨਿਕਲਦੇ ਨੇ, ਕੁਝ ਵਰਤਾਰੇ ਵੱਡੀ ਸੋਚ ਵਿੱਚੋਂ ਨਿਕਲਦੇ। ਕੁਝ ਵਰਤਾਰੇ ਸੁੰਗੜੇ ਹੋਏ ਸੁਭਾਅ ਵਿੱਚੋਂ ਨਿਕਲਦੇ ਨੇ, ਕੁਝ ਵਿਸਥਾਰ ਵੱਡੇ ਜਿਗਰੇ ਵਿੱਚੋਂ ਨਿਕਲਦੇ ਨੇ। ਇਹ ਸਾਰੇ ਵਰਤਾਰੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਖੇਲ ਹੈ। ਇਹਨੂੰ ਦੇਖਣਾ, ਮਹਿਸੂਸ ਕਰਨਾ ਸਿੱਖ ਗੁਰੂ ਸਾਹਿਬ ਤੋਂ। ਭਰਮ ਦੂਰ ਕਰਦੇ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਹਿ ਸਮਾਹੀ ਰਹਾਉ, ਤੈਸੇ ਜਾਏ ਸਮਾਹੀ ਰਹਾਉ। ਜੋ ਕੁਛ ਕਰਤ ਹੈ, ਜੋ ਕੁਛ ਵਾਹਿਗੁਰੂ ਜੀ ਦਾ ਕੀਤਾ ਹੋਇਆ ਹੈ, ਜੋ ਕੁਛ ਅਸੀਂ ਦੇਖ ਰਹੇ ਹਾਂ ਸਭ ਵਾਹਿਗੁਰੂ ਜੀ ਦਾ ਕੀਤਾ ਹੈ। ਉਹਦਾ ਇੱਕ ਨਿਜ਼ਮ ਚੱਲ ਰਿਹਾ, ਉਹਦੇ ਨਿਜ਼ਮ ਵਿੱਚ ਜੋ ਵਾਪਰਦਾ ਹੈ ਉਹੀ ਹੋਣਾ ਹੈ। ਆਖੋ ਉਹਦੇ ਨਿਜ਼ਮ ਵਿੱਚ ਹੀ ਉਹਦੇ 'ਚ ਸਮਾ ਜਾਣਾ, ਉਹਦੇ ਨਿਜ਼ਮ ਵਿੱਚ ਹੀ ਉਸ ਤੋਂ ਟੁੱਟ ਜਾਣਾ ਹੈ। ਮੈਂ ਫਿਰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ। ਜਦੋਂ ਪਜ਼ਲ ਦੀ ਗੇਮ ਬਣਾਈ ਜਾਂਦੀ ਹੈ, ਉਹਦੇ ਪੀਸਸ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਕਿ ਉਹ ਪਜ਼ਲ ਹੋ ਜਾਏਗਾ। ਖੇਡਣ ਵਾਲਾ ਜਿਉਂ-ਜਿਉਂ ਪਜ਼ਲ ਹੁੰਦਾ ਹੈ, ਦੇਖਣ ਵਾਲਾ ਖੁਸ਼ ਹੁੰਦਾ ਹੈ, ਕਿਉਂਕਿ ਉਹਨੇ ਪਜ਼ਲ ਦੀ ਗੇਮ ਬਣਾਈ ਹੈ ਐਸੇ ਕਰਕੇ। ਜਦੋਂ ਉਹ ਪੂਰਾ ਉਸ ਨੂੰ ਜੋੜ ਦਿੰਦਾ ਹੈ, ਫਿੱਟ ਕਰ ਦਿੰਦਾ ਹੈ, ਫਿਕਸ ਕਰ ਦਿੰਦਾ ਹੈ, ਤੇ ਉਹ ਫਿਰ ਵੀ ਖੁਸ਼ ਹੁੰਦਾ ਹੈ, ਵਾਹ ਕਾਮਯਾਬ ਹੋ ਗਿਆ। ਜਦੋਂ ਪਜ਼ਲ ਹੋ ਰਿਹਾ ਹੈ, ਉਦੋਂ ਵੀ ਖੁਸ਼ ਹੋ ਰਿਹਾ ਵੀ ਪਜ਼ਲ ਹੋ ਰਿਹਾ, ਕਿਉਂਕਿ ਬਣਾਈ ਗੇਮ ਪਜ਼ਲ ਦੀ ਹੈ। ਰੱਬ ਦਾ ਨਿਜ਼ਮ ਬਣਾਇਆ ਹੀ ਇਸ ਤਰ੍ਹਾਂ ਦਾ, ਭੁੱਲ ਭੁਲਈਏ ਵਿੱਚ ਪੈ ਗਿਆ ਤੇ ਭਟਕਦਾ ਰਹੇਗਾ। ਸਹੀ ਮਾਰਗ ਤੇ ਤੁਰ ਗਿਆ, ਮੰਜ਼ਿਲ ਤੇ ਪਹੁੰਚੇਗਾ। ਸਭ ਕੁਛ ਵਾਹਿਗੁਰੂ ਦਾ ਖੇਲ ਹੈ। ਇਸ ਲਈ ਉਦਾਹਰਨ, ਧਰਤੀ ਦੇ ਉੱਪਰਲਾ ਪਾਣੀ ਤੇ ਹੇਠਲਾ ਪਾਣੀ ਅਲੱਗ-ਅਲੱਗ ਨਹੀਂ ਹੈ, ਪਾਣੀ ਦੀ ਅੰਸ਼ ਹੀ ਹੈ। ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਦੇ ਨਿਜ਼ਮ ਨੇ। ਉਸ ਨਿਜ਼ਮ ਨੂੰ ਸਮਝ, ਤੂੰ ਵਿਚਲਿਤ ਹੋਣੋਂ ਹਟ ਜਾਏਗਾ। ਆਪਣੇ ਸੁਭਾਅ ਵਿੱਚੋਂ ਦੀ ਕਿਸੇ ਵਰਤਾਰੇ ਨੂੰ, ਆਪਣੀ ਸੋਚ ਵਿੱਚੋਂ ਦੀ ਵਰਤਾਰੇ ਨੂੰ ਦੇਖਣਾ ਛੱਡ ਦੇ। ਰੱਬ ਦੇ ਨਿਜ਼ਮ ਵਿੱਚੋਂ ਦੀ ਦੇਖ, ਆਨੰਦ ਹੀ ਆਨੰਦ ਹੈ। ਇਸਤਰੀ ਪੁਰਖ ਹੋਏ ਕਹਿ, ਕਿਆ ਹੋਏ ਕਰਮ ਕਮਾਹੀ। ਔਰਤ ਤੇ ਪੁਰਸ਼ ਸਭ ਵਿੱਚ ਵਾਹਿਗੁਰੂ ਜੀ ਦੀ ਅੰਸ਼ ਹੈ। ਹਰ ਇੱਕ ਦੇ ਅੰਦਰ ਗੁਣਾਂ ਤੇ ਔਗੁਣਾਂ ਦਾ ਖੇਲ ਹੈ। ਕਿਸੇ ਪੱਖ ਤੇ ਸਮਝ ਹੈ, ਕਿਸੇ ਪੱਖ ਤੇ ਨਾ ਸਮਝੀ ਹੈ। ਸਾਰੇ ਇਸਤਰੀ ਪੁਰਖ ਦੇ ਅਰਥ, ਹਰ ਤਰ੍ਹਾਂ ਦਾ ਜੀਵ ਵਾਹਿਗੁਰੂ ਦੇ ਨਿਜ਼ਮ ਵਿੱਚ ਚੱਲਦਾ ਹੈ ਤੇ ਕਰਮ ਕਮਾਉਂਦਾ ਪਿਆ। ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹਿ ਸਮਾਹੀ। ਇਹ ਵਾਹਿਗੁਰੂ ਜੀ ਸਾਰੇ ਤੇਰੇ ਹੀ ਰੂਪ ਨੇ, ਤੇਰੇ ਹੀ ਵਰਤਾਰੇ ਨੇ। ਕਮਾਲ ਹੈ, ਕਮਾਲ ਹੀ ਕਮਾਲ ਹੈ। ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਇਤਨੇ ਜਨਮ ਭੂਲ ਪਰੇ ਸੇ, ਜਾਂ ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀ। ਇਤਨੇ ਜਨਮ, ਨਾ ਸਮਝੀ ਦਾ ਜਨਮ ਹੋਇਆ, ਦੁਨੀਆ ਦੀ ਖਿੱਚ ਦਾ ਜਨਮ ਹੋਇਆ, ਅੰਦਰ ਸੈਲਫਿਸ਼ ਥਾਟ ਦਾ ਜਨਮ ਹੋ ਗਿਆ, ਲੋਭ ਲਾਲਚ ਦਾ ਜਨਮ ਹੋ ਗਿਆ, ਤ੍ਰਿਸ਼ਨਾ ਦਾ ਜਨਮ ਹੋ ਗਿਆ, ਅਹੰਕਾਰ ਦਾ ਜਨਮ ਹੋ ਗਿਆ, ਕੁਸੰਗੀ ਸੁਭਾਅ ਦਾ ਜਨਮ ਹੋ ਗਿਆ, ਮਨਮੁਖਤਾਈ ਦਾ ਜਨਮ ਹੋ ਗਿਆ, ਮਨਮਤ ਦਾ ਜਨਮ ਹੋ ਗਿਆ। ਇਹ ਜਿਤਨੇ ਜਨਮ ਹੋਏ, ਮਨ ਪਸ਼ੂ ਪ੍ਰਵਿਰਤੀਆਂ ਦੀ ਜੂਨੀ ਗ੍ਰਹਿਣ ਕਰਦਾ ਗਿਆ, ਮਨਮੁਖ ਬਣਦਾ ਗਿਆ। ਜਦੋਂ ਗੁਰੂ ਤੋਂ ਇਸ ਮਾਰਗ ਦੀ ਸੋਝੀ ਨੂੰ ਪਾਇਆ ਤਾਂ ਪਤਾ ਲੱਗਿਆ, ਮਨਾ ਜੂਨੀਆਂ ਤਾਂ ਮਨ ਭੋਗਦਾ ਹੈ, ਭੁੱਲਿਆ ਤਾਂ ਮਨ ਹੈ। ਮੈਂ ਦੂਜਿਆਂ ਦੀਆਂ ਭੁੱਲਾਂ ਦੇਖਦਾ, ਦੂਜਿਆਂ ਦੀਆਂ ਗਲਤੀਆਂ ਦੇਖਦਾ, ਭੁੱਲਿਆ ਤਾਂ ਮੈਂ ਹਾਂ। ਦੂਜਿਆਂ ਦੀ ਮੱਤ ਪਰਖਦਾ, ਪਤਾ ਲੱਗਦਾ ਮੱਤ ਤੇ ਮੇਰੀ ਪੁੱਠੀ ਹੋਈ ਪਈ ਹੈ। ਫਿਰ ਇਸ ਪਾਸੇ ਤੁਰਿਆ ਤਾਂ ਭੁੱਲੇ ਨਾਹੀਂ, ਜਾਂ ਪਾਇਆ ਤੇ ਨਾਹੀਂ, ਫਿਰ ਨਹੀਂ ਭੁੱਲਿਆ। ਕਮਾਲ ਹੈ। ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਨੂੰ ਮਹਿਸੂਸ ਕਰਨਾ, ਉਹਦੇ ਨਿਜ਼ਮ ਨੂੰ ਹਰ ਵਰਤਾਰੇ ਵਿੱਚੋਂ ਦੇਖਣਾ, ਹਰ ਵਰਤਾਰੇ ਵਿੱਚੋਂ ਰੱਬੀ ਉਪਦੇਸ਼ਾਂ ਨੂੰ, ਸੱਚੇ ਗਿਆਨ ਨੂੰ ਦੇਖਣਾ। ਫਿਰ ਹਰ ਵੇਲੇ ਆਟੋਮੈਟਿਕਲੀ ਧਿਆਨ ਰੱਬ ਵੱਲ, ਉਹਦੇ ਨਿਜ਼ਮਾਂ ਵੱਲ, ਉਹਦੇ ਸੱਚੇ ਗਿਆਨ ਵੱਲ, ਗੁਰੂ ਦੇ ਉਪਦੇਸ਼ ਵੱਲ, ਗੁਰੂ ਵੱਲ ਆਪਣੇ ਆਪ
ਇੱਕ ਰਸਤਾਰਾ ਬਣ ਗਈ ਜ਼ਿੰਦਗੀ ਦੀ, ਤੇ ਜ਼ਿੰਦਗੀ ਹੀ ਭਗਤੀ ਬਣ ਗਿਆ। ਜਾਂ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ। ਇਹ ਜਿਸ ਨੇ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਕਾਰਜ ਹੈ, ਉਹੀ ਵਾਹਿਗੁਰੂ ਜੀ ਜਾਣਦੇ ਨੇ। ਬਸ ਜਦੋਂ ਗੁਰੂ ਦੇ ਉਪਦੇਸ਼, ਗੁਰੂ ਦੇ ਸ਼ਬਦ, ਗੁਰ ਸਰੂਪ ਮਨ ਨੂੰ ਚੰਗਾ ਲੱਗਣ ਲੱਗ ਪਿਆ, ਮਨ ਇਸ ਵਿੱਚ ਸਮਾ ਗਿਆ, ਤਾਂ ਫਿਰ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਗਿਆ, ਰੱਬ ਦੇ ਨਿਜ਼ਮ ਨੂੰ ਸਮਰਪਿਤ, ਸੱਚੇ ਗਿਆਨ ਨੂੰ ਸਮਰਪਿਤ ਹੋ। ਤੇਰਾ ਸ਼ਬਦ ਤੂੰ ਹੈ ਆਪੇ, ਆਪੇ ਭਰਮ ਕਹਾਹੀ। ਵਾਹਿਗੁਰੂ ਜੀ, ਚਾਰ ਚੁਫੇਰੇ ਤੇਰਾ ਸੱਚਾ ਗਿਆਨ, ਹਰ ਵਰਤਾਰੇ ਵਿੱਚ ਤੇਰਾ ਸੱਚਾ ਗਿਆਨ। ਹਰ ਵਰਤਾਰਾ ਇੰਜ ਲੱਗਦਾ ਹੈ ਕਿ ਗੁਰੂ ਦੇ ਉਪਦੇਸ਼ ਸਮਝਾ ਰਿਹਾ ਹੈ। ਹਰ ਵਰਤਾਰਾ ਇਦਾਂ ਮਹਿਸੂਸ ਹੁੰਦਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਸੱਚੇ ਗਿਆਨ ਨੂੰ ਵੰਡ ਰਿਹਾ, ਤੇ ਤੁਸੀਂ ਸੱਚਾ ਗਿਆਨ ਬਣ ਕੇ ਖੁਦ ਆਪ ਹਰ ਥਾਂ ਤੇ ਹੋ। ਆਪ ਹੀ ਤੁਸੀਂ ਕਲਾ ਵਰਤਾਈ ਤੇ ਭਰਮ ਪਤਾ ਨਹੀਂ ਕਿੱਥੇ, ਭਰਮ ਨਹੀਂ ਰਿਹਾ। ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨ ਆਹੀ। ਇਹ ਨਾਨਕ ਜੀ ਅੰਦਰਲਾ ਤਤ ਤਤ ਵਿੱਚ ਸਮਾ ਗਿਆ, ਅੰਦਰਲੀ ਸੋਝੀ ਸੱਚੇ ਗਿਆਨ ਵਿੱਚ ਸਮਾ ਗਈ, ਅੰਦਰਲਾ ਆਨੰਦ ਰਸ ਮਾਣਨ ਦੀ ਬਿਰਤੀ ਤੇਰੇ ਰਸ ਵਿੱਚ ਸਮਾ ਗਈ। ਦੁਬਾਰੇ ਫਿਰ ਕੁਸੰਗ ਵਾਲੇ ਪਾਸੇ ਜਿਹੜੀ ਖਿੱਚ ਹੈ, ਪਸ਼ੂ ਪ੍ਰਵਿਰਤੀਆਂ, ਔਗਣਾਂ ਦੀਆਂ ਪ੍ਰਵਿਰਤੀਆਂ, ਕੁਸੰਗੀ ਪ੍ਰਵਿਰਤੀਆਂ, ਇਹਦਾ ਜਨਮ ਨਹੀਂ ਹੁੰਦਾ। ਆਖੋ ਗੌੜੀ ਬੈਰਾਗਣ ਮਹੱਲਾ ਤੀਜਾ। ਗੌੜੀ ਬੈਰਾਗਣ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਸਭ ਜਗ ਕਾਲੈ ਵਸ ਹੈ, ਬਾਂਧਾ ਦੂਜੈ ਭਾਏ। ਸਾਰਾ ਜਗ ਆਤਮਿਕ ਮੌਤ ਰੂਪੀ ਕਾਲ ਦੇ ਵਸ ਪਿਆ ਹੋਇਆ ਹੈ। ਆਤਮਿਕ ਮੌਤ ਕੀ ਹੈ? ਜਿੰਨੇ ਵੀ ਰਿਸ਼ਤੇ ਨੇ ਸਾਡੇ, ਮਿੱਤਰਾਂ ਦਾ ਰਿਸ਼ਤਾ, ਪਰਿਵਾਰਕ ਰਿਸ਼ਤੇ, ਦਾਦਕੇ, ਨਾਨਕੇ, ਤਰੀਕਾ, ਇਹਨਾਂ ਰਿਸ਼ਤਿਆਂ ਵਿੱਚ ਕਦੋਂ ਪਿਆਰ ਮਰ ਜਾਵੇ ਕੁਛ ਨਹੀਂ ਪਤਾ। ਆਤਮਿਕ ਮੌਤ ਮੰਡਰਾਉਂਦੀ ਪਈ ਹੈ ਉਸ ਪਿਆਰ ਦੀ, ਉਸ ਖਿੱਚ ਦੀ। ਕਿਸੇ ਨੂੰ ਇੱਕ ਬੋਲ ਕੌੜਾ ਲੱਗਿਆ ਰਿਸ਼ਤਾ ਟੁੱਟ ਜਾਏ, ਬੜਾ ਕੱਚਾ ਹੈ। ਕਦੋਂ ਤੇਰੇ ਅੰਦਰੋਂ ਸਹਿਨਸ਼ੀਲਤਾ ਮਰ ਜਾਵੇ, ਇੱਕ ਸੈਕਿੰਡ 'ਚ ਗੁੱਸਾ ਆ ਜਾਏਗਾ, ਕ੍ਰੋਧ ਆ ਜਾਏਗਾ, ਪਤਾ ਨਹੀਂ ਕਦੋਂ ਮਰ ਜਾਵੇ। ਗੁਣਾਂ ਦੀ ਮੌਤ, ਭਾਵਨਾ ਦੀ ਮੌਤ। ਚੰਗਾ ਭਲਾ ਬੰਦਾ ਗੁਰੂ ਦੇ ਮਾਰਗ ਤੇ ਤੁਰਦਾ ਹੈ, ਪਾਠ ਕਰਨ ਤੁਰਦਾ ਹੈ, ਪਤਾ ਨਹੀਂ ਕਦੋਂ ਟੁੱਟ ਜਾਂਦਾ ਹੈ। ਇਹ ਪਿਆਰ ਖਿੱਚ ਮਰ ਜਾਂਦੀ ਹੈ, ਕੱਢ ਹੀ ਦਿੰਦਾ 2-2 4-4 ਦਿਨ, 4-4 ਹਫ਼ਤੇ, 4-4 ਮਹੀਨੇ, ਮਰ ਗਿਆ, ਪਿਆਰ ਮਰ ਗਿਆ। ਇਸੇ ਤਰ੍ਹਾਂ ਪਰਉਪਕਾਰ ਤੇ ਤੁਰਦਾ ਹੈ, ਕੋਈ ਇੱਕ ਗੱਲ ਚੰਗੀ ਨਾ ਲੱਗੀ, ਛੱਡ ਜਾਏਗਾ, ਮਰ ਗਿਆ ਅੰਦਰੋਂ ਜਜ਼ਬਾ, ਪਿਆਰ ਖਿੱਚ ਮਰ ਗਈ। ਇਸ ਆਤਮਿਕ ਮੌਤ ਰੂਪੀ ਕਾਲ ਦੇ ਵਸ ਵਿੱਚ ਹੈ। ਕਿਉਂ ਹੈ? ਕਿਉਂਕਿ ਖਿੱਚ ਦੂਸਰੇ ਪਾਸੇ ਜ਼ਿਆਦਾ ਹੈ, ਦੁਨਿਆਵੀ ਪ੍ਰਾਪਤੀਆਂ ਦੀ ਖਿੱਚ ਜ਼ਿਆਦਾ। ਬੰਧਾ ਦੂਜਾ ਪਾਏ, ਉਸ ਪਿਆਰ ਵਿੱਚ ਬੰਨਿਆ ਹੋਇਆ। ਹਉਮੈ ਕਰਮ ਕਮਾਵੰਦੇ, ਮਨਮੁਖ ਮਿਲੈ ਸਜਾਏ। ਜਿਹੜੇ ਮਨਮੁਖ, ਮਨ ਦੇ ਪਿੱਛੇ ਲੱਗ ਕੇ ਆਪਣੇ ਸੁਭਾਅ ਨੂੰ ਪਰਫੈਕਟ ਮੰਨਣਾ, ਆਪਣੀ ਸੋਚ ਨੂੰ ਪਰਫੈਕਟ ਮੰਨਣਾ, ਆਪਣੇ ਸੁਭਾਅ ਤੇ ਸੋਚ ਦੇ ਹੰਕਾਰ ਵਿੱਚ ਕਰਮ ਕਮਾਉਂਦੇ ਨੇ, ਉਹਨਾਂ ਨੂੰ ਸਜ਼ਾ ਕੀ ਮਿਲਦੀ ਹੈ? ਉਹ ਇਸ ਮਾਰਗ ਤੋਂ ਟੁੱਟੇ ਰਹਿੰਦੇ ਨੇ। ਇਹ ਸਭ ਤੋਂ ਵੱਡੀ ਸਜ਼ਾ। ਗੁਰੂ ਦੇ ਮਾਰਗ ਤੋਂ, ਰੱਬ ਦੇ ਮਾਰਗ ਤੋਂ ਟੁੱਟਣਾ ਹੀ ਬਹੁਤ ਵੱਡੀ ਸਜ਼ਾ ਹੈ। ਆਖੋ ਤੇ ਜੁੜਨਾ ਹੀ ਬਖਸ਼ਿਸ਼ ਹੈ। ਮੇਰੇ ਮਨ ਗੁਰ ਚਰਣੀ ਚਿਤ ਲਾਏ। ਐ ਮੇਰੇ ਮਨਾ, ਗੁਰੂ ਦੇ ਚਰਨ, ਗੁਰੂ ਦੇ ਸ਼ਬਦ ਨੇ, ਗੁਰੂ ਦੇ ਉਪਦੇਸ਼ ਨੇ। ਚਿੱਤ ਲਾਉਣਾ ਕੀ? ਉਹਨੂੰ ਯਾਦ ਰੱਖਣਾ। ਗੁਰਬਾਣੀ ਪੜ੍ਹਦੇ ਆ, ਉਪਦੇਸ਼ਾਂ ਨੂੰ ਸਮਝਣਾ, ਉਹਨੂੰ ਯਾਦ ਰੱਖਣਾ। ਯਾਦ ਰੱਖ, ਹਰ ਫੈਸਲਾ ਗੁਰੂ ਦੇ ਉਪਦੇਸ਼ ਦੀ ਰੋਸ਼ਨੀ 'ਚ ਕਰ। ਉਪਦੇਸ਼ ਗੁਰਬਾਣੀ ਵਿੱਚੋਂ ਵੀ ਮਿਲਦੇ ਨੇ, ਉਪਦੇਸ਼ ਗੁਰੂ ਦੇ ਇਤਿਹਾਸ ਵਿੱਚੋਂ ਵੀ। ਗੁਰ ਇਤਿਹਾਸ ਤੇ ਗੁਰਬਾਣੀ ਇੱਕ ਦੂਸਰੇ ਦੇ ਪੂਰਕ ਨੇ। ਇਤਿਹਾਸ ਮੇਰੇ ਗੁਰੂ ਪਾਤਸ਼ਾਹ ਨੇ ਜਿਉਂ ਕੇ ਦਿਖਾਇਆ ਹੈ, ਗੁਰਬਾਣੀ ਮੇਰੇ ਗੁਰੂ ਪਾਤਸ਼ਾਹ ਦਾ ਨਜ਼ਰੀਆ ਹੈ, ਗੁਰੂ ਪਾਤਸ਼ਾਹ ਦੀ ਸੋਚ ਹੈ। ਇਹਨੂੰ ਚੇਤਾ ਸ਼ਕਤੀ 'ਚ ਰੱਖ, ਚਿੱਤ ਲਾਏ।
ਗੁਰਮੁਖ ਨਾਮ ਨਿਧਾਨ ਲੈ ਦਰਗਹ ਲੈ ਛਡਾਏ। ਜਦੋਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨਦਾ ਹੈ ਤਾਂ ਉਹ ਗੁਰਮੁਖ ਜੀਵਨ ਬਣਦਾ ਹੈ। ਸ਼ਬਦ ਰਹਾਉ ਸੈਂਟਰਲ ਆਈਡੀਆ ਹੈ। ਜਦੋਂ ਗੁਰਮੁਖ ਬਣਦਾ ਹੈ ਉਹਨੂੰ ਪਤਾ ਹੈ ਮੇਰੇ ਲਈ ਸਭ ਤੋਂ ਵੱਡਾ ਖਜ਼ਾਨਾ ਕੀ ਹੈ, ਮੇਰੇ ਗੁਰੂ ਦਾ ਦਿੱਤਾ ਹੋਇਆ ਗਿਆਨ ਰੂਪੀ ਨਾਮ ਉਪਦੇਸ਼। ਸੋਝੀ ਭਾਵਨਾਵਾਂ ਨੂੰ, ਜਜ਼ਬਿਆਂ ਨੂੰ, ਲਗਨ ਨੂੰ, ਵਿਚਾਰਾਂ ਨੂੰ, ਸੋਚਾਂ ਨੂੰ ਕਿਵੇਂ ਮੈਨੇਜ ਕਰਨਾ ਹੈ, ਇਸ ਖਜ਼ਾਨੇ ਨੇ ਦੱਸਣਾ ਹੈ। ਫਿਰ ਦਰਗਾਹ ਰੱਬ ਦੇ ਨਿਜ਼ਮ ਵਿੱਚ, ਰੱਬ ਦਾ ਨਿਜ਼ਮ ਰੱਬ ਦੀ ਦਰਗਾਹ ਹੈ। ਫਿਰ ਉਸ ਨਿਜ਼ਮ ਨੇ ਇਹਨੂੰ ਕੁਸੰਗ ਵਾਲੇ ਪਾਸੇ ਦੀ ਖਿੱਚ ਤੋਂ ਛੁਡਾ ਲੈਣਾ। ਲੱਖ 84 ਭਰਮ ਦੇ ਮਨ ਹਠਿਆ ਵੈ ਜਾਏ। ਇਹ ਮਨ ਜਿਹੜਾ 84 ਲੱਖ ਜੁਨੀਆਂ 'ਚ ਭਰਮਦਾ ਹੈ, ਮਨ ਜੁਨੀਆਂ 'ਚ ਜਾਂਦਾ, ਜਿਉਂਦੇ ਜੀ ਜਾਂਦਾ ਹੈ। ਇਸ ਨੂੰ ਪਰਖਣਾ ਹੈ ਜਦੋਂ ਜੀਵ ਦੇ ਲਾਲਚ ਵਿੱਚ, ਜੀਵ ਦੇ ਸਵਾਦ ਰਸ ਵਿੱਚ ਨਾ ਸਿਹਤ ਦਾ ਦੇਖਣਾ, ਆਪਣੀ ਹੈਲਥ ਵੀ ਖਰਾਬ ਕਰ ਲੈਣੀ। ਸਰੀਰ ਜਾਂ ਓਵਰਵੇਟਡ ਕਰ ਲਿਆ ਜਾਂ ਸਰੀਰ ਕਮਜ਼ੋਰ ਕਰ ਲਿਆ। ਜੀਵ ਦੇ ਸਵਾਦਾਂ ਦੇ ਰਸ ਵਿੱਚ ਕੋਲੈਸਟਰੋਲ ਵੱਧ ਗਏ ਨੇ, ਫਿਰ ਵੀ ਮਨ ਤਲੀਆਂ ਚੀਜ਼ਾਂ ਖਾਣੀਆਂ ਬੰਦ ਨਹੀਂ ਕਰਦਾ। ਡਾਇਬਟੀਜ਼ ਹੋ ਗਈ ਹੈ, ਫਿਰ ਵੀ ਮਨ ਮਿੱਠਾ ਖਾਣੋਂ ਨਹੀਂ ਹਟਦਾ। ਇਹ ਮਨ ਮੱਛੀ ਦੀ ਜੂਨੀ 'ਚ ਫਿਰ ਰਿਹਾ। ਆਖੋ ਵਾਹਿਗੁਰੂ। ਸਰੀਰ ਮਨੁੱਖ ਦਾ ਹੈ ਤੇ ਮਨ ਮੱਛੀ ਦੀ ਜੂਨੀ 'ਚ ਜਿਉਂਦਾ। ਆਖੋ ਵਾਹਿਗੁਰੂ। ਕਿਉਂਕਿ ਮੱਛੀ ਦੇ ਕੋਲ ਜਿਹਵਾ ਮੀਨ ਰੋਗ ਗ੍ਰਸਿਆ ਨੂੰ। ਸਤਿਗੁਰੂ ਕਹਿੰਦੇ ਜਿਹੜਾ ਜੀਵ ਦਾ ਰੋਗ ਹੈ, ਜੀਵ ਦੇ ਸਵਾਦਾਂ ਦਾ ਰੋਗ, ਇਹ ਮੱਛੀ ਦੀ ਪ੍ਰਵਿਰਤੀ। ਆਖੋ ਵਾਹਿਗੁਰੂ। ਫਿਰ ਉਸ ਭਰਮ ਭੁਲੇਖੇ ਵਿੱਚ ਕਿ 10 ਸਾਲਾਂ ਤੱਕ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਏਗਾ, 10 ਸਾਲਾਂ ਤੱਕ ਮੇਰੇ ਕੋਲ ਬਹੁਤ ਸਾਰੀ ਪ੍ਰਾਪਰਟੀ ਹੋਏਗੀ, ਮੈਂ ਬਹੁਤ ਸੁਖੀ ਹੋਵਾਂਗਾ। ਸਾਰੀ ਜ਼ਿੰਦਗੀ ਲਾਤੀ ਇਹ ਸੋਚ ਕੇ 10 ਸਾਲਾਂ ਬਾਅਦ ਉਹ ਕੰਮ ਕਰਾਂਗੇ ਜਿਹੜੇ ਗੁਰੂ ਦੇ ਮਾਰਗ ਦੇ ਨੇ। ਸਾਰੀ ਜ਼ਿੰਦਗੀ ਲਾਤੀ। 10 ਸਾਲ ਆਏ, ਹੋਰ ਉਲਝ ਗਿਆ, ਉਲਝਣ ਤਾਣੀ ਵਿੱਚ ਹੋਰ ਫਸ ਗਿਆ। ਫਿਰ ਸੋਚਦਾ ਅਗਲੇ 10 ਸਾਲਾਂ 'ਚ ਠੀਕ ਹੋ ਜਾਵਾਂਗਾ। ਅਗਲੇ 10 ਸਾਲ ਆਏ, ਫਿਰ ਉਹਨੇ ਉਲਝਣ ਤਾਣੀ ਹੋਰ ਵਧਾ ਲਈ। ਫਿਰ ਸੋਚਦਾ ਹੋਰ ਅਗਲੇ 10 ਸਾਲਾਂ 'ਚ। ਸਾਰੀ ਜ਼ਿੰਦਗੀ ਇੱਦਾਂ ਫਸਦਾ ਜਾਂਦਾ ਹੈ। ਇਹਦਾ ਮਤਲਬ ਮਨ ਮਿਰਗ ਦੀ ਜੂਨੀ ਹੈ, ਮਿਰਗ ਤ੍ਰਿਸ਼ਨਾ ਵਿੱਚ ਫਸੇ। ਇੱਦਾਂ ਵੱਖ-ਵੱਖ ਜੂਨੀਆਂ ਦੇ ਸੁਭਾਅ ਗੁਰਬਾਣੀ ਵਿੱਚ ਦਿਖਾਏ ਨੇ ਤੇ ਮਨ 84 ਲੱਖ ਜੂਨੀਆਂ 'ਚ ਭਰਮਦਾ ਹੈ। ਕਿਉਂ? ਮਨ ਦਾ ਹੱਠ ਹੈ, ਇਹਨੂੰ ਆਪਣੇ ਸੁਭਾਅ ਦਾ ਬੜਾ ਹੰਕਾਰ ਹੈ। ਮਨ ਹੱਠ ਆਵਾ ਜਾਏ, ਭਟਕਣਾ ਵਿੱਚ ਹੈ। ਗੁਰੂ ਵੱਲ ਬਹੁਤ ਘੱਟ ਆਉਂਦਾ ਹੈ, ਦੂਜੇ ਪਾਸੇ ਬਹੁਤ ਜਾਂਦਾ ਹੈ। ਆਵੈ ਜਾਏ। ਗੁਰ ਕਾ ਸ਼ਬਦ ਨਾ ਚੀਨਿਓ ਫਿਰ ਜੋਨੀ ਪਾਏ। ਇਹਨੇ ਗੁਰੂ ਦੇ ਉਪਦੇਸ਼ ਨੂੰ ਪੜਚੋਲਿਆ ਨਹੀਂ, ਸਮਝਿਆ ਨਹੀਂ, ਸਿੱਖਿਆ ਨਹੀਂ, ਜਾਣਿਆ ਨਹੀਂ, ਬੁੱਝਿਆ ਨਹੀਂ, ਚੀਨਿਆ। ਤੇ ਮਨ ਬਾਰ-ਬਾਰ ਜੂਨੀਆਂ 'ਚ ਪੈਂਦਾ। ਆਖੋ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਜੋਨੀ ਪਾਏ। ਫਿਰ ਜੂਨੀਆਂ 'ਚ ਪੈ ਰਿਹਾ, ਨਿਤ ਪੈ ਰਿਹਾ। ਗੁਰਮੁਖ ਆਪ ਪਛਾਣਿਆ, ਹਰ ਨਾਮ ਵਸਿਆ ਮਨ ਆਏ। ਜਦੋਂ ਇਹੀ ਮਨ ਗੁਰਮੁਖ ਬਣ ਜਾਂਦਾ, ਗੁਰੂ ਦੇ ਉਪਦੇਸ਼ ਉਹਦੇ ਲਈ ਆਪਾ ਵਾਰ ਦਿੰਦਾ ਹੈ। ਬੜੇ ਚੰਗੇ ਲੱਗਦੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼। ਇਹ ਮਨ ਗੁਰਮੁਖ ਬਣਦਾ ਹੈ। ਫਿਰ ਇਹ ਆਪਾ ਪਛਾਣਦਾ ਹੈ, ਆਪਣੇ ਸੁਭਾਅ ਨੂੰ, ਸੋਚ ਨੂੰ ਪਹਿਚਾਣ ਲੈਂਦਾ। ਫਿਰ ਇਹਨੂੰ ਗਿਆਨ ਰੂਪੀ ਨਾਮ, ਰੱਬ ਦਾ ਨਾਮ, ਹਰੀ ਦਾ ਨਾਮ ਬਹੁਤ ਚੰਗਾ ਲੱਗਦਾ। ਮਨ ਉਸ ਵਿੱਚ ਬਸਣਾ ਸਿੱਖ ਜਾਂਦਾ ਹੈ। ਇਹਦੇ ਮਨ ਵਿੱਚ ਗੁਰੂ ਦੇ ਉਪਦੇਸ਼ ਮੰਨਣ ਦਾ ਪਿਆਰ ਬਸ ਜਾਂਦਾ। ਤਨ ਦਿਨ ਭਗਤੀ ਰਤਿਆਂ, ਹਰ ਨਾਮੇ ਸੁਖ ਸਮਾਏ। ਦਿਨ ਰਾਤ ਗੁਰੂ ਦੇ ਉਪਦੇਸ਼ ਮੰਨਣ ਦਾ ਜੋ ਉਦਮ ਹੈ, ਚੇਤਨਾ ਹੈ, ਹਰ ਪਲ ਇਹ ਜੀਵਨੀ ਭਗਤੀ ਬਣ ਜਾਂਦਾ। ਉਸ ਪਿਆਰ ਵਿੱਚ ਰੰਗਿਆ ਰਹਿੰਦਾ। ਅੰਦਰ ਇੱਕ ਸੁੱਖ ਹੈ, ਉਸ ਨਾਮ ਦੇ ਵਿੱਚੋਂ ਨਿਕਲਿਆ। ਹਰ ਨਾਮੇ ਸੁਖ ਸਮਾਏ। ਗਿਆਨ ਰੂਪੀ ਨਾਮ ਵਿੱਚੋਂ ਸੁਖ ਵਿੱਚ, ਆਤਮਿਕ ਸੁਖ ਵਿੱਚ ਜੀਵਨ ਜਿਉਂਦਾ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਗੁਰੂ ਦੇ ਉਪਦੇਸ਼ ਰਾਹੀਂ ਇਹ ਮਨ ਦੂਸਰੇ ਪਾਸੇ ਦੀ ਖਿੱਚ ਤੋਂ ਮਰ ਜਾਂਦਾ ਹੈ। ਇਹਨੂੰ ਪ੍ਰਤੀਤ ਵਿਸ਼ਵਾਸ ਵੱਧ ਜਾਂਦਾ ਇਸ ਪਾਸੇ ਦਾ। ਫਿਰ ਆਪਣਾ ਹੰਕਾਰ ਛੱਡ ਦਿੰਦਾ ਹੈ, ਵਿਕਾਰ ਛੱਡ ਦਿੰਦਾ। ਹਉਮੈ ਤਜੇ ਵਿਕਾਰ। ਫਿਰ ਇਹ ਗੁਰੂ ਦੇ ਮਾਰਗ ਤੇ ਗੁਰੂ ਨੂੰ ਸਮਰਪਿਤ ਕਰ ਦਿੰਦਾ। ਵਾਹਿਗੁਰੂ ਜੀ, ਮੇਰਾ ਸੁਭਾਅ ਕਮਜ਼ੋਰ ਹੈ,
ਨਿਤ ਗੁਰੂ ਤੋਂ ਸਿੱਖਦਾ ਹੈ, ਸੁਭਾਅ ਨੂੰ ਸ਼ਿੰਗਾਰਦਾ ਹੈ। ਨਿਤ ਗੁਰੂ ਤੋਂ ਸਿੱਖਦਾ ਹੈ, ਸੋਚ ਨੂੰ ਸੰਵਾਰਦਾ ਹੈ। ਇਹਦਾ ਨਾਮ ਹੀ ਸਿੱਖ ਹੈ। ਇਹ ਸਿੱਖਦਾ ਹੀ ਰਹਿੰਦਾ ਹੈ। ਕਦੀ ਨਹੀਂ ਕਹਿੰਦਾ ਮੈਂ ਸਿੱਖ ਗਿਆ। ਜਿਹੜਾ ਕਹਿੰਦਾ ਸਿੱਖ ਗਿਆ ਉਹ ਤਾਂ ਭੁੱਲ ਗਿਆ। ਜਿਹੜਾ ਕਹਿੰਦਾ ਮੈਨੂੰ ਸਭ ਪਤਾ ਲੱਗ ਗਿਆ, ਨਹੀਂ, ਉਲਝਿਆ ਹੋਇਆ। ਉਹਨੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਸੋਚ ਸੁਭਾਅ ਨੂੰ ਕਦੀ ਪਰਖਣਾ ਨਹੀਂ ਆਇਆ। ਜਨ ਨਾਨਕ ਕਰਮੀ ਪਾਇਨ, ਹਰ ਨਾਮਾ ਭਗਤ ਭੰਡਾਰ। ਹੈ ਨਾਨਕ ਜੀ, ਜੋ ਜਨ ਬਣ ਜਾਂਦੇ ਨੇ, ਜਿਹਦੇ ਸੇਵਕ ਬਣ ਜਾਂਦੇ ਨੇ, ਉਹਨਾਂ ਦੇ ਮਨ ਤੇ ਮਤ ਦੇ ਕੀਤੇ ਹੋਏ ਕਰਮ ਰੱਬ ਦੇ ਨਿਯਮ ਅਨੁਸਾਰ, ਗੁਰੂ ਦੇ ਉਪਦੇਸ਼ਾਂ ਅਨੁਸਾਰ ਹੋ ਜਾਂਦੇ ਨੇ। ਇਹਨਾਂ ਕਰਮਾਂ ਦੇ ਨਾਲ ਉਹ ਗਿਆਨ ਰੂਪੀ ਨਾਮ ਪਾ ਲੈਂਦੇ ਨੇ, ਸੱਚਾ ਗਿਆਨ ਪ੍ਰਾਪਤ ਕਰ ਲੈਂਦੇ ਨੇ। ਉਹਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਂਦੇ ਨੇ ਤੇ ਉਹਨਾਂ ਨੂੰ, ਉਹਨਾਂ ਦਾ ਜੀਵਨ ਭਗਤੀ ਬਣ ਜਾਂਦਾ ਹੈ। ਐਸਾ ਖਜ਼ਾਨਾ ਹੈ ਭਗਤ ਭੰਡਾਰ, ਗਿਆਨ ਰੂਪੀ ਨਾਮ ਐਸਾ ਭਗਤ ਭੰਡਾਰ ਦਾ ਖਜ਼ਾਨਾ ਹੈ। ਉਹਨਾਂ ਦੀ ਜ਼ਿੰਦਗੀ ਦਾ ਹਰ ਹਿੱਸਾ ਭਗਤੀ ਬਣਦਾ ਹੈ। ਗੌੜੀ ਬੈਰਾਗਣ ਮਹੱਲਾ ਤੀਜਾ। ਗੌੜੀ ਬੈਰਾਗਣ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਪਈ ਹੜਾ ਦਿਨ ਚਾਰ ਹੈ, ਹਰ ਹਰ ਲਿਖ ਪਾਇਆ। ਜਦੋਂ ਸਮਝ ਲੱਗੀ ਨਾ, ਆ ਪਿਤਾ ਦਾ ਘਰ ਹੈ, ਪੇਕੇ ਘਰ ਪਈ ਹੜਾ ਹੈ, ਦਿਨ ਚਾਰ। ਇੱਥੇ ਲਿਮਟਿਡ ਜਿਹਾ ਸਮਾਂ ਮਿਲਿਆ। ਜ਼ਿੰਦਗੀ ਬੜੀ ਕੀਮਤੀ ਹੈ, ਇੱਕ ਦਿਨ ਚਲੇ ਜਾਣਾ। ਫਿਰ ਆਪਣੀ ਸੋਚ ਦੇ ਵਿੱਚ, ਆਪਣੇ ਨਜ਼ਰੀਏ ਦੇ ਵਿੱਚ, ਆਪਣੇ ਸੁਭਾਅ ਦੇ ਵਿੱਚ ਰੱਬੀ ਵਿਚਾਰਧਾਰਾ ਨੂੰ ਲਿਖਦਾ, ਹਰ ਲਿਖ ਪਾਇਆ। ਜਿਉਂ-ਜਿਉਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਾਂਗੇ ਨਾ, ਅੰਦਰ ਗੁਰੂ ਦਾ ਨਜ਼ਰੀਆ ਸਾਡੀ ਸੋਚ ਆਈਡੀਓਲੋਜੀ ਵਿੱਚ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਮਤ ਵਿੱਚ ਲਿਖਣਾ। ਪਿੱਛੇ ਸ਼ਬਦ ਆਇਆ ਸੀ ਨਾ, ਬਾਬਾ ਇਹ ਲੇਖਾ ਲਿਖ ਜਾਣ। ਆਪਣੇ ਅੰਦਰ ਲਿਖ। ਜਿਹਨੇ ਸਿੱਖਿਆ ਹੀ ਨਹੀਂ ਕਦੀ, ਉਹਦੇ ਅੰਦਰ ਅਰਥ ਕਿਵੇਂ ਹੋਣਗੇ? ਅੰਦਰ ਅਰਥ ਤਾਂ ਤਦ ਹੀ ਹੋਣਗੇ ਜਦੋਂ ਅਰਥ ਸਿੱਖੇਗਾ। ਜਿਸ ਪਾਸੇ ਅਸੀਂ ਸਮਾਂ ਲਾਵਾਂਗੇ, ਉਸ ਤਰ੍ਹਾਂ ਦੀ ਵਿਚਾਰਧਾਰਾ ਅੰਦਰ ਲਿਖੀ ਜਾਏਗੀ। ਜਿਸ ਪਾਸੇ ਅਸੀਂ ਸਮਾਂ ਲਾਵਾਂਗੇ, ਉਸ ਤਰ੍ਹਾਂ ਦਾ ਸੁਭਾਅ ਲਿਖਿਆ ਜਾਏਗਾ, ਉਸ ਤਰ੍ਹਾਂ ਦੀ ਖਿੱਚ ਲਿਖੀ ਜਾਏਗੀ। ਸਮਾਂ ਹੀ ਦੁਨਿਆਵੀ ਪ੍ਰਾਪਤੀਆਂ ਵਾਸਤੇ ਜ਼ਿਆਦਾ ਲਾਇਆ, ਗੁਰੂ ਕੀ ਪ੍ਰਾਪਤੀ ਵਾਸਤੇ ਲਾਇਆ ਹੀ ਨਹੀਂ। ਜਿਨ੍ਹਾਂ ਨੇ ਲਾਇਆ, ਉਹਨਾਂ ਦੇ ਅੰਦਰ ਵਿਚਾਰਧਾਰਾ, ਆਈਡੀਓਲੋਜੀ, ਸੋਚ ਲਿਖੀ ਗਈ ਤੇ ਉਹਨਾਂ ਨੇ ਇਸ ਮਾਰਗ ਨੂੰ ਪਾ ਲਿਆ। ਉਹ ਜਿਹੜੀ ਮੱਤ ਹੈ ਨਾ, ਬੜੀ ਕਮਾਲ ਦੀ ਆ। ਸ਼ੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਉਹ ਮੱਤ ਸ਼ੋਭਾਵੰਤੀ ਨਾਰ ਬਣ ਗਈ, ਰੱਬ ਦੀ ਪਤਨੀ ਬਣ ਗਈ। ਰੱਬ ਨੂੰ ਪਿਆਰੀ ਲੱਗਣ ਵਾਲੀ ਮੱਤ ਬਣ ਗਈ। ਉਹ ਤਾਂ ਗੁਰਮਤ ਬਣ ਗਈ। ਆਖੋ, ਸੁਭਾਅ ਗੁਰਮੁਖ ਬਣ ਗਿਆ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਗਿਆ। ਉਹਨਾਂ ਨੂੰ ਗੁਣ ਗਾਉਣਾ ਆ ਗਿਆ, ਗੁਣ ਗਾਇਆ। ਗੁਣਾਂ ਵਾਲਾ ਜੀਵਨ ਜਿਉਇਆ, ਸ਼ੁਕਰਾਨਾ। ਗੁਣਾਂ ਨਾਲ ਪਰਉਪਕਾਰ ਕੀਤਾ, ਸ਼ੁਕਰਾਨਾ। ਗੁਣਾਂ ਦੀ ਵਿਚਾਰ ਚਰਚਾ ਕੀਤੀ, ਸਿੱਖਣ ਤੇ ਵੰਡਣ ਦੀ ਭਾਵਨਾ ਨਾਲ। 3 ਹਿੱਸੇ ਗੁਣ ਗਾਇਆ, ਆਪਾਂ ਬਹੁਤ ਵਾਰੀ ਵਿਚਾਰਿਆ। ਪੇਵ ਕੜੈ ਗੁਣ ਸੰਭਲੈ, ਸਹੁ ਰਹਿ ਵਾਸ ਪਾਇਆ। ਸੰਸਾਰਿਕ ਜੀਵਨ ਵਿੱਚ ਗੁਣਾਂ ਨੂੰ ਵਰਤਾਂਗੇ ਤੇ ਅੰਦਰ ਵਾਹਿਗੁਰੂ ਜੀ ਦੀ ਗੁਣੀ ਨਿਧਾਨ ਦੀ ਯਾਦ ਸੌਖੀ ਬਣ ਜਾਏਗੀ। ਬਾਹਰਲਾ ਜੀਵਨ ਪੇਕੇ ਘਰ ਹੈ ਤੇ ਅੰਦਰਲਾ ਜੀਵਨ ਸਹੁਰੇ ਘਰ ਹੈ, ਕਿਉਂਕਿ ਵਾਹਿਗੁਰੂ ਜੀ ਅੰਦਰ ਬੈਠੇ ਨੇ। ਜਿਉਂ-ਜਿਉਂ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਬਾਹਰ ਜੀਵਨ ਜਿਉਵਾਂਗੇ, ਅੰਦਰ ਰੱਬ ਦਾ ਭੈ, ਰੱਬ ਦੀ ਯਾਦ ਆਪਣੇ ਆਪ ਬਣੇਗੀ। ਸਹੁਰੇ ਘਰ ਵਾਸ ਹੋਏਗਾ। ਗੁਰਮੁਖ ਸਹਿਜ ਸਮਾਣੀਆਂ, ਹਰ ਹਰ ਮਨ ਭਾਇਆ। ਜਿਹੜੀ ਮੱਤ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਅਨੁਸਾਰ ਫੈਸਲੇ ਲੈਂਦੀ ਹੈ ਤੇ ਉਹਦੇ ਕੋਲੇ ਅਡੋਲਤਾ ਵਿੱਚ ਇੱਕ ਰਸ, ਅੱਗੇ ਵਧਣ ਦੀ ਗਾਂਹ ਕੂ ਤਰਾਂਗ, ਪਿਛਾਂ ਫੇਰਨਾ ਮੋਢੜਾ, ਇਹ ਲਗਨ ਹੁੰਦੀ ਹੈ, ਜਜ਼ਬਾ ਹੁੰਦਾ ਹੈ। ਉਹ ਸਮਾਈ ਰਹਿੰਦੀ ਹੈ ਮੱਤ ਵਾਹਿਗੁਰੂ ਦੇ ਪਿਆਰ ਵਿੱਚ ਤੇ ਉਸ ਮਨ ਨੂੰ ਉਹ ਆਪਣੇ ਨਾਲ ਲਾ ਲੈਂਦੀ ਹੈ। ਅੰਦਰ ਜਿਹੜੀ ਖੇਲ ਚੱਲਦੀ ਹੈ ਨਾ, ਜਿੰਨਾ ਚਿਰ ਮਨ ਮੱਤ ਨੂੰ ਪਿੱਛੇ ਲਾਉਂਦਾ ਹੈ ਨਾ, ਇਹ ਮਨਮੁਖ ਹੁੰਦਾ ਹੈ। ਤੇ ਜਦੋਂ ਮੱਤ ਗੁਰਮਤ ਬਣ ਜਾਂਦੀ ਹੈ ਨਾ, ਕਿਉਂਕਿ ਜਿਹੜੀ ਖੋਟੀ ਮੱਤ ਹੈ, ਦੁਰਮਤ ਹੈ, ਭੈੜੀ ਮੱਤ ਹੈ, ਉਹ ਮਨ ਦੇ ਪਿੱਛੇ ਲੱਗਦੀ ਹੈ ਤੇ ਜੀਵਨ ਮਨਮੁਖ ਬਣਦਾ ਹੈ। ਤੇ ਜਦੋਂ ਅੰਦਰ ਗੁਰਮਤ ਆ ਜਾਂਦੀ ਨਾ, ਉਹ ਮਨ ਨੂੰ ਪਿੱਛੇ ਲਾਉਂਦੀ ਤੇ ਮਨ ਗੁਰਮੁਖ ਬਣ ਜਾਂਦਾ। ਉਧਰ ਮਨਮੁਖ ਬਣਦਾ ਹੈ, ਇੱਧਰ ਗੁਰਮੁਖ ਬਣਦਾ ਹੈ। ਫਿਰ ਇਹਨੂੰ ਬੜਾ ਚੰਗਾ ਲੱਗਦਾ ਹੈ। ਹਰਮਨ ਪਾਇਆ, ਇਸ ਮਾਰਗ ਤੇ ਤੁਰਨਾ ਮਨ ਨੂੰ ਚੰਗਾ ਲੱਗਦਾ ਹੈ। ਸਸੁਰੈ ਪਈਐ ਪਿਰ ਵਸੈ, ਕਹੋ ਕਿਤ ਵਿਦ ਪਾਈਐ।
ਇਹ ਕਿੱਦਾਂ ਪਾਇਆ ਜਾਵੇ? ਅੰਦਰ ਇੱਕ ਭੁੱਖ ਹੋਵੇ ਕਿ ਮੈਂ ਜ਼ਿੰਦਗੀ ਜਿਉਵਾਂ ਗੁਰੂ ਦੇ ਉਪਦੇਸ਼ ਅਨੁਸਾਰ, ਤੇ ਅੰਦਰੋਂ ਰੱਬ ਦੀ ਭੈ ਭਾਵਨੀ ਵਿੱਚ ਮੇਰੇ ਅੰਦਰ ਅਹਿਸਾਸ ਵਿਸ਼ਵਾਸ ਬਣਿਆ ਰਵੇ। ਇਹ ਪ੍ਰਾਪਤੀ ਕਿਵੇਂ ਹੋਵੇ? ਕਿਹੜੇ ਤਰੀਕੇ ਨਾਲ ਪ੍ਰਾਪਤੀ ਹੋਵੇ? ਫਿਰ ਸਮਝ ਪਵੇਗੀ ਆਪ ਨਿਰੰਜਨ ਅਲਖ ਹੈ, ਆਪੇ ਮੇਲ ਆਈਐ ਰਹਾਉ। ਸੈਂਟਰਲ ਆਈਡੀਆ ਪਿਆਰਿਆ, ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋਦੇ, ਆਪਾ ਵਾਰ ਦੇ, ਆਤਮ ਸਮਰਪਿਤ, ਸਮਰਪਣ ਦੀ ਭਾਵਨਾ ਨਾਲ ਰੱਬ ਦੇ ਗੁਣਾਂ ਨੂੰ ਸਮਰਪਿਤ ਹੋ ਜਾ, ਰੱਬ ਦੇ ਸੱਚੇ ਗਿਆਨ ਨੂੰ ਸਮਰਪਿਤ ਹੋ ਜਾ, ਰੱਬੀ ਨਿਜ਼ਮ ਨੂੰ ਸਮਰਪਿਤ ਹੋ ਜਾ ਪਿਆਰਿਆ। ਜੋ ਗੁਰੂ ਕਹਿੰਦੇ ਨੇ ਮੰਨਣਾ ਸ਼ੁਰੂ ਕਰ। ਵਾਹਿਗੁਰੂ ਜੀ ਨੇ ਆਪੇ ਵਿਧੀ ਬਣਾਉਣੀ ਹੈ। ਉਹ ਨਿਰੰਜਨ ਹੈ, ਅਲੱਖ ਹੈ, ਮੈਲ ਤੋਂ ਰਹਿਤ ਹੈ, ਲਖਿਆ ਨਹੀਂ ਜਾ ਸਕਦਾ, ਆਪੇ ਮੇਲ ਆਈ ਹੈ। ਉਹਨੇ ਵਿਧੀਆਂ ਬਣਾ ਦੇਣੀਆਂ ਨੇ। ਮਤ ਛੱਡ ਦੇ, ਚੁਸਤ ਚਲਾਕੀ ਛੱਡ ਦੇ, ਸਿਆਣਪ ਛੱਡ ਦੇ। ਆਪੇ ਹੀ ਰੱਬ ਦੇਹ ਮਤ, ਹਰ ਨਾਮ ਧਿਆਈਐ। ਵਾਹਿਗੁਰੂ ਜੀ ਫਿਰ ਇਸ ਤਰੀਕੇ ਨਾਲ ਮਤ ਦਿੰਦੇ ਨੇ। ਪ੍ਰੋਸੈਸ ਕੀ ਹੈ? ਗੁਰੂ ਦੇ ਉਪਦੇਸ਼ ਅਨੁਸਾਰ ਜਿਉਣਾ, ਉਦਮ ਕਰਨਾ, ਭਾਵਨਾ ਬਣਾਉਣੀ, ਲਗਨ ਬਣਾਉਣੀ, ਯਤਨ ਕਰਨੇ। ਵਾਹਿਗੁਰੂ ਜੀ ਫਿਰ ਐਸੀ ਮਤ ਦਿੰਦੇ ਨੇ, ਅੰਦਰੋਂ ਆਪ ਹੀ ਉਸ ਤਰ੍ਹਾਂ ਦੇ ਫੈਸਲੇ ਉੱਠਦੇ ਨੇ ਜਿਹਦੇ ਨਾਲ ਜੀਵਨ ਹਰੀ ਦੇ ਨਾਮ ਵੱਲ ਧਿਆਨ ਰੱਖਦਾ, ਸੱਚੇ ਗਿਆਨ ਵੱਲ, ਗੁਰੂ ਦੀਆਂ ਸਿੱਖਿਆਵਾਂ ਵੱਲ। ਵੱਡ ਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਐ। ਅੰਦਰ ਵੱਡੇ ਭਾਗ, ਗੁਣਾਂ ਵਾਲੇ, ਚੰਗੀ ਭਾਵਨਾ, ਸ਼ੁੱਧ ਨੀਅਤ, ਸਤਿਗੁਰ ਸਰੂਪ ਨਾਲ ਮਿਲਾਪ ਹੁੰਦਾ। ਗੁਰੂ ਦੀ ਆਵਾਜ਼ ਬੜੀ ਚੰਗੀ ਲੱਗਦੀ ਹੈ, ਗੁਰੂ ਦੇ ਉਪਦੇਸ਼ ਬੜੇ ਚੰਗੇ ਲੱਗਦੇ ਆ। ਮੰਨਣ ਦਾ ਰਸ ਆਉਂਦਾ, ਪ੍ਰੈਕਟੀਕਲ ਜਿਉਣ ਦਾ ਰਸ ਆਉਂਦਾ, ਅੰਮ੍ਰਿਤ ਰਸ ਹੈ ਉਹ। ਜਿੱਦਾਂ ਵਾਹਿਗੁਰੂ ਜੀ ਹਿਰਦੇ ਰੂਪੀ ਮੁਖ ਵਿੱਚ ਇਹ ਅੰਮ੍ਰਿਤ ਦਾ ਰਸ ਪਾਉਂਦੇ ਨੇ। ਪਰ ਜਿਹੜੇ ਹਉਮੈ ਵਿੱਚ ਮਨਮੁਖਤਾਈ ਦਾ ਜੀਵਨ ਜਿਉਂਦੇ, ਉਹ ਪ੍ਰਾਪਤੀ ਨਹੀਂ ਕਰ ਸਕਦੇ। ਪਰ ਜਦੋਂ ਇਹ ਪ੍ਰਾਪਤੀ ਹੁੰਦੀ, ਉਹ ਹਉਮੈ ਮਿਟ ਜਾਂਦੀ ਹੈ। ਹਉਮੈ ਦੁਬਿਧਾ ਬਿਨ ਸਜਾਏ, ਸਹਿਜੇ ਸੁਖ ਪਾਈਐ। ਹਉਮੈ ਵੀ ਮਿਟ ਜਾਂਦੀ, ਫਿਰ ਦੁਬਿਧਾ ਵੀ ਮਿਟ ਜਾਂਦੀ, ਅੰਦਰ ਸਹਿਜ ਆ ਜਾਂਦਾ। ਅਡੋਲਤਾ, ਕੰਟੀਨਿਊ ਪ੍ਰੋਸੈਸ, ਹਰ ਵੇਲੇ ਯਤਨਸ਼ੀਲ। ਇਹਦੇ ਚੋਂ ਆਤਮਿਕ ਸੁੱਖ ਮਿਲਦਾ। ਫਿਰ ਹਾਲਾਤ ਜੋ ਮਰਜ਼ੀ ਬਣ, ਅੰਦਰ ਆਪਣੇ ਗੁਰੂ ਤੇ ਆਪਣੇ ਵਾਹਿਗੁਰੂ ਜੀ ਤੇ ਮਾਣ ਫਖਰ ਜਾਗਦਾ ਹੈ, ਸ਼ੁਕਰਾਨਾ ਜਾਗਦਾ, ਅੰਦਰ ਇੱਕ ਸੰਤੁਸ਼ਟੀ ਹੁੰਦੀ ਹੈ। ਤਬ ਆਪੇ ਆਪ ਵਰਤਦਾ, ਆਪੇ ਨਾਏ ਲਾਈਐ। ਇਹਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਕਹਿੰਦੇ ਨੇ। ਇਹ ਗੁਰਸਿੱਖ ਸਮਰਪਿਤ ਹੋ ਜਾਂਦੇ ਨੇ ਵਾਹਿਗੁਰੂ ਜੀ ਨੂੰ। ਇਹ ਵਾਹਿਗੁਰੂ ਜੀ ਆਪ ਹੀ ਇਹ ਨਿਯਮ ਵਰਤਾਉਂਦੇ ਨੇ, ਆਪ ਹੀ ਨਾਮ ਨਾਲ ਜੋੜਦੇ ਨੇ। ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੇ। ਮਨਮੁਖ ਜਿਹੜੇ ਨੇ ਨਾ, ਉਹ ਅਹੰਕਾਰ ਵਿੱਚ ਜਿਉਂਦੇ ਨੇ, ਆਪਣੀ ਸੋਚ ਸੁਭਾਅ ਦੇ ਹੰਕਾਰ ਵਿੱਚ, ਤੇ ਉਹ ਇਸ ਮਾਰਗ ਨੂੰ, ਇਸ ਰਸ ਨੂੰ ਨਹੀਂ ਪਾ ਸਕਦੇ, ਕਿਉਂਕਿ ਅੰਦਰ ਅਗਿਆਨਤਾ ਹੈ, ਨਾ ਸਮਝੀ। ਉਹਨਾਂ ਨੂੰ ਗੁਰੂ ਵਿਰਸੇ ਦੀ, ਗੁਰੂ ਦੇ ਉਪਦੇਸ਼ਾਂ ਦੀ, ਇਸ ਮਾਰਗ ਦੀ ਜ਼ਿੰਦਗੀ ਨਹੀਂ ਜਿਉਈ, ਤਜਰਬਾ ਨਹੀਂ ਹੈ, ਸੋਝੀ ਨਹੀਂ। ਆਖੋ ਵਾਹਿਗੁਰੂ। ਇਹ ਆਣੇ ਉਹ ਅਣਜਾਣ ਨੇ ਇਸ ਮਾਰਗ ਤੋਂ। ਸਤਿਗੁਰ ਸੇਵਾ ਨਾ ਕਰੈ, ਫਿਰ ਪਛਤਾਣੇ। ਉਹ ਗੁਰੂ ਦੀ ਆਵਾਜ਼ ਨੂੰ ਮੰਨਦੇ ਨਹੀਂ, ਗੁਰੂ ਦੇ ਉਪਦੇਸ਼ ਨੂੰ ਮੰਨਦੇ ਨਹੀਂ, ਪਛਤਾਵੇ ਵਿੱਚ ਹੀ ਜਿਉਂਦੇ ਨੇ। ਫਿਰ ਪਛਤਾਣੇ। ਸਾਰੀ ਜ਼ਿੰਦਗੀ ਅਖੀਰ ਤੇ ਬਹੁਤ ਵੱਡਾ ਪਛਤਾਵਾ ਹੋ ਜਾਂਦਾ ਹੈ। ਉਹਨਾਂ ਨੂੰ ਲੱਗਦਾ ਕੁਛ ਨਹੀਂ ਖਟਿਆ। ਗਰਭ ਜੋਨੀ ਵਾਸ ਪਾਏਂਦੇ, ਗਰਭੇ ਗਲ ਜਾਣੇ। ਇਹਨੂੰ ਸਮਝਿਓ, ਇਹ ਮਰਨ ਤੋਂ ਬਾਅਦ ਨਹੀਂ ਹੈ, ਜਿਉਂਦੇ ਜੀ ਹੈ। ਮਨ ਦਾ ਗਰਭ ਕੀ ਹੈ? ਅਗਿਆਨਤਾ, ਨਾ ਸਮਝੀ। ਇਹ ਜਿੰਨਾ ਚਿਰ ਨਾ ਸਮਝੀ ਵਿੱਚ ਪੈਂਦਾ ਹੈ, ਇਹਦੇ ਵਿੱਚੋਂ ਪਸ਼ੂ ਪ੍ਰਵਿਰਤੀਆਂ ਜਨਮ ਲੈਂਦੀਆਂ ਨੇ, ਮਨ ਜੁਨੀਆਂ ਭੋਗਦਾ ਹੈ। ਇਸ ਨਾ ਸਮਝੀ ਦੇ ਗਰਭ ਵਿੱਚ, ਕਿਉਂਕਿ ਪਿੱਛੇ ਅਗਿਆਨ ਸ਼ਬਦ ਆਇਆ, ਇਆਣਾ ਸ਼ਬਦ ਆਇਆ, ਅਗਿਆਨਤਾ, ਇਆਣੇਪਣ ਦੇ ਗਰਭ ਵਿੱਚ, ਉੱਥੇ ਅਧਾਤਮਿਕ ਜੀਵਨ ਗਲ ਜਾਂਦਾ ਹੈ, ਸਾਰੇ ਗੁਣ ਗਲ ਜਾਂਦੇ ਨੇ। ਅਖੀਰ ਤੇ ਪਛਤਾਵੇ ਤੋਂ ਬਿਨਾਂ ਅੰਦਰ ਕੱਖ ਨਹੀਂ ਹੁੰਦਾ। ਆਖੋ ਵਾਹਿਗੁਰੂ। ਮੇਰੇ ਕਰਤੇ ਇਹ ਵੈ ਭਾਵੰਦਾ, ਮਨਮੁਖ ਪਰਮਾਣੇ। ਰੱਬ ਦਾ ਇੱਕ ਨਿਯਮ ਹੈ, ਉਸ ਨਿਯਮ ਅਨੁਸਾਰ ਬਸ ਮਨਮੁਖ ਜਿਹੜਾ ਹੈ ਨਾ, ਉਹ ਭਰਮ ਭਟਕਣਾ ਵਿੱਚ ਹੀ ਜੀਵਨ ਜਿਉਏਗਾ। ਇਹ ਰੱਬ ਦਾ ਨਿਯਮ, ਉਹਨੂੰ ਇਦਾਂ ਹੀ ਚੰਗਾ ਲੱਗਦਾ ਹੈ, ਕਿਉਂਕਿ ਉਹਨੇ ਦੋ ਰਸਤੇ ਬਣਾਤੇ। ਇੱਧਰ ਪੈਣ ਵਾਲਾ ਭਟਕਣਾ 'ਚ ਹੀ ਜਾਏਗਾ, ਦੂਜੇ ਪਾਸੇ ਪੈਣ ਵਾਲਾ ਬਖਸ਼ਿਸ਼ ਵਾਲੇ ਪਾਸੇ ਜਾਏਗਾ। ਮੇਰਾ ਹਰ ਪ੍ਰਭ ਲੇਖ ਲਿਖਾਇਆ, ਤੁਰ ਮਸਤਕ ਪੂਰਾ। ਜਿਨ੍ਹਾਂ ਦੇ ਅੰਦਰ ਗੁਰੂ ਦੀ ਸੋਚ ਲਿਖੀ ਗਈ, ਗੁਰੂ ਦੀ ਮੱਤ ਦੇ ਧਾਰਨੀ ਬਣ ਗਏ, ਉਹ ਮਸਤਕ ਦੇ ਲੇਖ ਲਿਖੇ ਗਏ। ਲਿਖੇ ਕੀ ਨੇ? ਵਾਹਿਗੁਰੂ ਜੀ ਨੇ। ਕਹਿੰਦੇ ਸਾਡੇ ਯਤਨਾਂ ਕਰਕੇ ਨਹੀਂ, ਵਾਹਿਗੁਰੂ ਜੀ ਦੀ ਬਖਸ਼ਿਸ਼। ਹਰ ਹਰ ਨਾਮ ਧਿਆਇਆ, ਭੇਟਿਆ ਗੁਰ ਸੂਰਾ। ਹਰ ਵੇਲੇ ਗਿਆਨ ਰੂਪੀ ਨਾਮ ਵੱਲ ਧਿਆਨ ਰਿਹਾ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਇਹ ਰੱਬੀ ਉਪਦੇਸ਼ ਹੈ ਮੇਰੇ। ਵਾਹਿਗੁਰੂ ਜੀ ਮੈਨੂੰ ਕੀ ਕਹਿ ਰਹੇ ਨੇ?
ਉਸ ਉਪਦੇਸ਼ ਨੂੰ ਸਮਰਪਿਤ ਹੋਏ ਭੇਟਿਆ ਗੁਰਸੂਰਾ। ਸਭ ਤੋਂ ਵੱਡਾ ਸੂਰਮਾ ਮੇਰੇ ਗੁਰੂ ਦਾ ਗੁਰਸਰੂਪ ਹੈ, ਉਪਦੇਸ਼ ਹੈ। ਸੂਰਮਾ ਉਹ ਹੁੰਦਾ ਜਿਹੜਾ ਸਦਾ ਜਿੱਤਦਾ ਹੈ, ਤੇ ਸਦਾ ਜਿੱਤ ਮੇਰੇ ਗੁਰੂ ਦੇ ਗੁਰਸਰੂਪ ਦੀ ਹੋਣੀ ਹੈ, ਉਪਦੇਸ਼ ਦੀ ਜਿੱਤ ਹੋਣੀ ਹੈ, ਗੁਰੂ ਦੇ ਉਪਦੇਸ਼ ਦੀ। ਕਿ ਸੱਚਾ ਗਿਆਨ ਹੈ, ਸੱਚਾ ਗਿਆਨ ਸਦਾ ਜਿੱਤੇਗਾ, ਕਿਉਂਕਿ ਰੱਬੀ ਨਿਜ਼ਮ ਹੈ, ਕੂੜ ਨ ਖੁਟੈ ਨਾਨਕਾ, ਓੜਕ ਸੱਚ ਰਹੀ। ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਬੀਰਾ। ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ, ਇਹੀ ਮੇਰੀ ਮਨ ਤੇ ਮੱਤ ਦਾ ਮਾਂ ਹੈ, ਪਿਤਾ ਹੈ, ਭਰਾ ਹੈ, ਰਿਸ਼ਤੇਦਾਰ ਹੈ। ਬੰਦਪ ਸੰਬੰਧੀ, ਵੀਰਾ ਭਰਾ। ਸਭ ਤੋਂ ਉੱਤਮ ਰਿਸ਼ਤਾ, ਸਭ ਤੋਂ ਨੇੜਲਾ ਰਿਸ਼ਤਾ ਰੱਬ ਦੇ ਗਿਆਨ ਰੂਪੀ ਨਾਮ ਨਾਲ, ਗੁਰੂ ਦੇ ਉਪਦੇਸ਼ ਨਾਲ ਹੈ। ਗੁਰੂ ਦਾ ਉਪਦੇਸ਼ ਹੀ ਨਿਭਦਾ ਹੈ, ਇਹੀ ਦੁੱਖਾਂ ਸੁੱਖਾਂ ਵਿੱਚ ਸੰਗੀ ਬਣਦਾ ਹੈ। ਹਰ ਹਰ ਬਖਸ਼ ਮਿਲਾਏ ਪ੍ਰਭ, ਜਨ ਨਾਨਕ ਕੀਰਾ। ਕੀੜਾ ਕੀੜੇ ਵਾਂਗ ਨਿਮਾਣਾ ਨਾ ਚੀਜ਼। ਸਤਿਗੁਰੂ ਜੀ ਆਪਣੇ ਆਪ ਨੂੰ ਦਾਸ ਨਾਨਕ ਕੀੜਾ ਕਹਿੰਦੇ। ਜੋ ਨਿਮਾਣਾ ਬਣ ਗਿਆ, ਸਮਰਪਿਤ ਹੋ ਗਿਆ, ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲਦੀ ਹੈ, ਬਖਸ਼ਿਸ਼ ਮਿਲਦੀ ਹੈ, ਇਸ ਮਾਰਗ ਦਾ ਮਿਲਾਪ ਹੋ ਜਾਂਦਾ ਹੈ, ਤੁਰਨਾ ਸੌਖਾ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ।